ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪਹਿਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ, ਤੰਤਾ ਦੇ ਯੋਗ ਹੋ, ਜੋ ਆਪ ਜੀ ਨਿਤਾ ਪ੍ਰਤ ਗੁਰ ਚਰਨਾਂ ਦੇ ਵਿੱਚ ਜੁੜ ਕਰਕੇ ਧੁਰ ਕੀ ਬਾਣੀ ਅਕਾਲੀ ਬਾਣੀ ਦੇ ਸ਼ਬਦ ਕੀਰਤਨ ਇਤਿਹਾਸਕ ਵਿਚਾਰਾਂ ਨੂੰ ਸਰਵਨ ਕਰਕੇ ਜੀਵਨ ਦਾ ਲਾਹਾ ਪ੍ਰਾਪਤ ਕਰਦੇ ਹੋ। ਬੜੇ ਪ੍ਰੇਮ ਵਿੱਚ ਭਿੱਜ ਕਰਕੇ ਬੜੇ ਮੰਤਰ ਮੁਗਧ ਹੋਏ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਨ ਕਰ ਰਹੇ ਸੀ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਭਾਈ ਬਲਵੰਡ ਤੇ ਭਾਈ ਸੱਤਾ ਇਹਨਾਂ ਨੇ ਜਾਣਿਆ ਕਿ ਜੇ ਸਾਨੂੰ ਸਤਿਗੁਰੂ ਜੀ ਦੇ ਕੋਲੋਂ ਕੋਈ ਮੁਆਫ ਕਰਵਾ ਸਕਦਾ ਹੈ, ਸਾਡਾ ਇਹ ਦੁੱਖ ਦੂਰ ਕਰ ਸਕਦਾ ਹੈ, ਤਾਂ ਉਹ ਹੈ ਭਾਈ ਲੱਦਾ ਜੀ, ਲਾਹੌਰ ਦੇ ਰਹਿਣ ਵਾਲੇ, ਜਿਨ੍ਹਾਂ ਦੇ ਬਾਬਤ ਭਾਈ ਗੁਰਦਾਸ ਜੀ ਤੋਂ ਸੁਣਿਆ ਹੋਇਆ ਸੀ। ਇਹ ਵਿਚਾਰ ਕੇ ਲਾਹੌਰ ਪਹੁੰਚੇ ਨੇ। ਭਾਈ ਲੱਦਾ ਜੀ ਨੂੰ ਖਬਰ ਮਿਲੀ ਹੈ ਕਿ ਮੇਰੇ ਘਰ ਆ ਰਹੇ ਨੇ। ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ। ਦਰਵਾਜ਼ੇ ਬੰਦ ਕਰਕੇ ਅੰਦਰ ਬੈਠ ਗਏ। ਹੁਣ ਦੋਵੇਂ ਬੜੇ ਦੁਖੀ ਹੋਏ ਕਿ ਇੱਕੋ ਇੱਕ ਆਸ ਸੀ, ਜੇਕਰ ਇਥੋਂ ਵੀ ਸਾਡੀ ਆਸ ਪੂਰੀ ਨਾ ਹੋਈ ਤੇ ਫਿਰ ਹੋਰ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਬਹੁਤ ਬੇਨਤੀਆਂ ਕਰਨ ਲੱਗੇ ਕਿ ਪਰਉਪਕਾਰੀ ਗੁਰੂ ਕੇ ਸਿੱਖ ਭਾਈ ਲੱਦਾ ਜੀ, ਅਸੀਂ ਤਾਂ ਹੁਣ ਤੁਹਾਡੇ ਦਰ ਧਿਆਨ ਪਹੁੰਚੇ ਹਾਂ, ਰੱਖ ਲਵੋ ਜਾਂ ਮਾਰ ਲਵੋ, ਇੱਥੋਂ ਨਹੀਂ ਜਾਵਾਂਗੇ, ਇੱਥੇ ਹੀ ਪ੍ਰਾਣ ਤਿਆਗ ਦਿਆਂਗੇ। ਕਿਰਪਾ ਕਰਕੇ ਸਾਡੀ ਬੇਨਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੋਲ ਕਰੋ, ਸਾਡੇ ਕੀਤੇ ਹੋਏ ਗੁਨਾਹ ਬਖਸ਼ ਲੈਣ, ਮੁਆਫ ਕਰ ਦੇਣ। ਬਾਰ-ਬਾਰ ਬੇਨਤੀਆਂ ਕਰਦੇ ਨੇ। ਇਧਰ ਭਾਈ ਲੱਦਾ ਜੀ ਨੇ ਮਨ ਵਿੱਚ ਵਿਚਾਰਿਆ ਕਿ ਇਹਨਾਂ ਦਾ ਗੁਨਾਹ ਬਹੁਤ ਵੱਡਾ ਹੈ, ਮੁਆਫ ਕਿਵੇਂ ਕਰਵਾਇਆ ਜਾਵੇ। ਇਹ ਵੀ ਆਸ ਤੱਕ ਕੇ ਮੇਰੇ ਕੋਲ ਆਏ ਨੇ, ਤੇ ਹੁਣ ਕਿਵੇਂ ਇਹਨਾਂ ਦਾ ਗੁਨਾਹ ਬਖਸ਼ਿਆ ਜਾਵੇ, ਕੋਈ ਉਪਾਅ ਨਜ਼ਰ ਨਹੀਂ ਆਉਂਦਾ। ਤੇ ਫਿਰ ਮਨ ਵਿੱਚ ਖਿਆਲ ਆਇਆ ਕਿ ਗੁਰੂ ਦਾ ਬਚਨ ਹੈ, ਮੂੰਹ ਕਾਲਾ ਕਰਕੇ ਗਧੇ ਤੇ ਚੜਾ ਕੇ ਨਗਰ ਵਿੱਚ ਫੇਰਨ ਦਾ। ਕਹਿਣ ਲੱਗੇ, ਜੇ ਮੈਂ ਪਹਿਲਾਂ ਹੀ ਮੂੰਹ ਕਾਲਾ ਕਰਕੇ ਗਧੇ ਤੇ ਸਵਾਰ ਹੋ ਕੇ ਨਗਰ ਵਿੱਚ ਫਿਰ ਕੇ ਗੁਰੂ ਘਰ ਚਲਾ ਜਾਵਾਂ, ਇਹਨਾਂ ਦਾ ਕਾਰਜ ਸਵਰ ਜਾਵੇ, ਮੇਰਾ ਕੁਝ ਘਟੇਗਾ ਨਹੀਂ। ਦੁਨੀਆ ਦੀ ਫੋਕੀ ਸ਼ੋਹਰਤ ਮਾਨ ਵਡਿਆਈ ਦੀ ਮੈਨੂੰ ਪ੍ਰਵਾਹ ਨਹੀਂ। ਜੇ ਸਰੀਰ ਕਿਸੇ ਦੇ ਕਾਰਜ ਲਈ ਕੰਮ ਆ ਜਾਵੇ ਤੇ ਮੇਰਾ ਜਨਮ ਜਿਹੜਾ ਉਹ ਸਫਲਾ ਹੋ ਜਾਵੇਗਾ। ਇਹ ਸੋਚ ਵਿਚਾਰ ਕੇ ਦਰਵਾਜ਼ਾ ਖੋਲਿਆ, ਦੋਵਾਂ ਨੂੰ ਅੰਦਰ ਬੁਲਾਇਆ ਹੈ। ਰਾਤ ਆਪਣੇ ਕੋਲ ਰੱਖਿਆ ਹੈ, ਸਵੇਰ ਹੋਈ ਹੈ। ਉਸੇ ਤਰ੍ਹਾਂ ਗੁਰੂ ਦੇ ਹੁਕਮ ਅਨੁਸਾਰ ਆਪਣਾ ਮੂੰਹ ਕਾਲਾ ਆਪ ਕੀਤਾ,
ਗਧੇ ਤੇ ਸਵਾਰ ਹੋਏ, ਢੋਲ ਲਿਆ ਨਾਲ ਵਜਵਾਉਂਦੇ, ਲਾਹੌਰ ਦੇ ਵਿੱਚ ਫਿਰਦੇ ਹੋਏ ਪੈਂਡਾ ਤੈਅ ਕਰਕੇ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ। ਫਿਰ ਇਸ ਨਗਰ ਦੇ ਵਿੱਚ ਗਲੀ ਗਲੀ ਵਿੱਚ ਫਿਰੇ ਨੇ। ਬਹੁਤ ਲੋਕ ਨਾਲ ਇਕੱਠੇ ਹੋ ਗਏ, ਬਹੁਤ ਵੱਡੀ ਭੀੜ ਜਮ੍ਹਾਂ ਹੋ ਗਈ। ਤੇ ਹੁਣ ਢੋਲ ਵਜਾਉਂਦੇ ਹੋਏ ਪਤਾ ਲੱਗਾ ਕਿ ਸਤਿਗੁਰੂ ਪਾਤਸ਼ਾਹ ਜੀ ਥੜਾ ਸਾਹਿਬ ਪਾਵਨ ਅਸਥਾਨ ਤੇ ਸੁਭਾਈਮਾਨ ਨੇ। ਉਸ ਪਾਸੇ ਵੱਲ ਨੂੰ ਚੱਲ ਪਏ ਨੇ। ਨਾਲ ਉਸੇ ਤਰ੍ਹਾਂ ਲੋਕਾਂ ਦੀ ਭੀੜ ਹੈ, ਢੋਲ ਵੱਜਦਾ ਆ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਆਵਾਜ਼ ਸੁਣੀ ਹੈ, ਵੱਡੀ ਭੀੜ ਵੇਖੀ ਤੇ ਗੁਰਸਿੱਖਾਂ ਕੋਲੋਂ ਪੁੱਛਿਆ ਕਿ ਕਿਹੜੀ ਸੰਗਤ ਹੈ, ਕਿੱਥੋਂ ਆਈ ਹੈ, ਬੜਾ ਸ਼ੋਰ ਮਚਿਆ ਹੋਇਆ ਹੈ। ਗੁਰਸਿੱਖ ਨੇ ਦੱਸਿਆ ਕਿ ਸਤਿਗੁਰੂ ਜੀ ਇਹ ਭਾਈ ਲੱਧਾ ਜੀ ਹੈ, ਪਰਉਪਕਾਰੀ ਗੁਰੂ ਕਾ ਸਿੱਖ, ਇਹ ਸਿੱਖੀ ਦਾ ਸਿਦਕ ਹੈ, ਜੋ ਭਾਈ ਬਲਵੰਡ ਤੇ ਸੱਤੇ ਨੂੰ ਬਖਸ਼ਾਉਣ ਦੇ ਲਈ ਆਪ ਜੀ ਦੇ ਕੋਲ ਆ ਰਿਹਾ। ਆਪ ਜੀ ਦਾ ਹੁਕਮ ਮੰਨ ਕੇ ਉਸਨੇ ਆਪ ਜੀ ਦਾ ਬਚਨ ਮੰਨਿਆ, ਮੂੰਹ ਕਾਲਾ ਕਰਕੇ ਗਧੇ ਤੇ ਸਵਾਰ ਹੋ ਕੇ ਢੋਲ ਵਜਾਉਂਦਾ ਆ ਰਿਹਾ ਹੈ। ਤੇ ਬਹੁਤ ਸਾਰੇ ਲੋਕਾਂ ਦੀ ਭੀੜ ਨਾਲ ਹੈ। ਜਦੋਂ ਸਨਮੁਖ ਇਹਨੇ ਨੂੰ ਭਾਈ ਲੱਧਾ ਵੀ ਆਣ ਪਹੁੰਚਿਆ ਤੇ ਨਮਸਕਾਰ ਕੀਤੀ ਹੈ, ਚਰਨ ਸਤਿਗੁਰੂ ਦੇ, ਨਜ਼ਰਾਂ ਜਿਹੜੀਆਂ ਸਤਿਗੁਰੂ ਦੇ ਚਰਨਾਂ ਤੇ ਟਿਕਾ ਲਈਆਂ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਪੁੱਛਿਆ ਇਹ ਕਿਉਂ ਕੀਤਾ ਸਾਰਾ ਕੁਝ? ਕਿਹਾ ਸਤਿਗੁਰੂ ਆਪ ਜੀ ਦਾ ਹੁਕਮ ਸੀ, ਆਪ ਜੀ ਦਾ ਬਚਨ ਮੰਨਿਆ, ਤੇ ਜੇ ਕੋਈ ਹੋਰ ਵੀ ਸਜ਼ਾ ਆਪ ਜੀ ਜਾਣਦੇ ਹੋ ਉਹ ਵੀ ਮੈਨੂੰ ਦੇ ਦਿਓ, ਮੈਂ ਆਪਣੀ ਬੇਨਤੀ ਬਾਅਦ ਵਿੱਚ ਕਰਾਂਗਾ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਨੀਚੇ ਉਤਰਵਾਇਆ, ਕਹਿ ਕੇ ਜਲ ਮੰਗਵਾ ਕੇ ਇਸ਼ਨਾਨ ਕਰਵਾਇਆ। ਸੋਹਣੇ ਸੁੰਦਰ ਵਸਤਰ ਪਹਿਨੇ ਨੇ, ਸਤਿਗੁਰੂ ਦੇ ਚਰਨਾਂ ਤੇ ਆਣ ਢਹਿ ਪਏ ਨੇ। ਸਤਿਗੁਰੂ ਜੀ ਨੇ ਕਿਉਂਕਿ ਐਸਾ ਜਦੋਂ ਸਿੱਖ ਦਾ ਪਿਆਰ ਵੇਖਿਆ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨੇਤਰਾਂ ਵਿੱਚ ਵੀ ਜਲ ਭਰ ਆਇਆ ਕਿ ਭਾਈ ਲੱਧਾ ਤੂੰ ਧੰਨ ਹੈ, ਧੰਨ ਹੈ ਤੇਰੀ ਸਿੱਖੀ, ਤੂੰ ਪਰਾਏ ਕਾਰਜ ਲਈ ਏਡਾ ਵੱਡਾ ਪਰਉਪਕਾਰ ਦਾ ਕਾਰਜ ਕੀਤਾ ਹੈ। ਇਸ ਪ੍ਰਕਾਰ ਦੇ ਨਾਲ ਹੁਣ ਭਾਈ ਲੱਧਾ ਬੇਨਤੀਆਂ ਕਰ ਰਿਹਾ ਹੈ ਉਹਨਾਂ ਨੂੰ ਬਖਸ਼ਾਉਣ ਦੇ ਲਈ ਸਤਿਗੁਰੂ ਦੇ ਚਰਨਾਂ 'ਚ। ਆਓ ਇਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਲਈ, ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਵਾਸਤੇ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਭੂਲ ਛਿਮਾਪਨ ਕਰੋ ਗੁਰੂ ਜੀ, ਨਿਜ ਪਗ ਪੰਕਜ ਲਿਓ ਮਿਲਾਏ। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਭਾਈ ਲੱਧਾ ਜੀ ਨੇ ਬੇਨਤੀ ਕੀਤੀ। ਕਹਿਣ ਲੱਗੇ ਸਤਿਗੁਰੂ ਪਾਤਸ਼ਾਹ, ਭਾਈ ਬਲਵੰਡ ਤੇ ਭਾਈ ਸੱਤਾ ਜਿਨ੍ਹਾਂ ਨੇ ਹੰਕਾਰ ਵਸ ਹੋ ਕੇ ਆਪ ਜੀ ਦਾ ਅਪਮਾਨ ਕੀਤਾ, ਗੁਰੂ ਸਾਹਿਬਾਨ ਦੀ ਨਿੰਦਿਆ ਕੀਤੀ, ਜਿਸ ਕਰਕੇ ਵੱਡਾ ਦੁੱਖ ਪਾਇਆ, ਉਹਨੂੰ ਹੰਕਾਰ ਰਹਿਤ ਹੋ ਗਏ ਨੇ। ਉਹਨਾਂ ਦੇ ਹਿਰਦੇ ਦਾ ਹੰਕਾਰ ਚਲਾ ਗਿਆ, ਥਾਂ ਥਾਂ ਤੇ ਦਰ ਦਰ ਤੇ ਠੋਕਰਾਂ ਖਾ ਰਹੇ ਨੇ। ਤੇ ਕਿਰਪਾ ਕਰੋ, ਆਪ ਜੀ ਦਾ ਸੁਭਾਅ ਹੈ ਬਖਸ਼ਿੰਦ ਸੁਭਾਅ ਦੇ ਮਾਲਕ ਹੋ, ਬਖਸ਼ਣ ਵਾਲੇ ਹੋ ਸਦਾ ਹੀ, ਤੇ ਕਿਰਪਾ ਕਰਕੇ ਇਹਨਾਂ ਦੀ ਕੀਤੀ ਹੋਈ ਭੁੱਲ ਨੂੰ ਬਖਸ਼ ਲਵੋ ਤੇ ਆਪਣੇ ਚਰਨਾਂ ਦੇ ਨਾਲ ਇਹਨਾਂ ਨੂੰ ਮਿਲਾ ਲਵੋ। ਸ਼੍ਰੀ ਅਰਜਨ ਸਭ ਸਭਾ ਸਹਿਤ ਤਬ, ਪਰ ਉਪਕਾਰੀ ਪੜ ਲਖਿਓ ਸੁਭਾਏ। ਤੇ ਜਦੋਂ ਬੜੇ ਐਸੇ ਨਿਮਰਤਾ ਵਿੱਚ ਆ ਕਰਕੇ ਭਾਈ ਲੱਧਾ ਜੀ ਬੇਨਤੀਆਂ ਕਰ ਰਹੇ ਨੇ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿੰਨੀਆਂ ਸੰਗਤਾਂ ਬੈਠੀਆਂ ਨੇ, ਸੰਗਤਾਂ ਦੇ ਸਮੇਤ ਦੇਖ ਕੇ ਵਿਚਾਰਿਆ ਤੇ ਜਾਣਿਆ ਕਿ ਭਾਈ ਲੱਧਾ ਜੀ ਵੱਡੇ ਪਰਉਪਕਾਰੀ ਸੁਭਾਅ ਦੇ ਮਾਲਕ ਹਨ। ਇਤੋ ਖੇਦ ਕਿਉਂ ਪ੍ਰਾਪਤ ਹੋਆ, ਜੋ ਹਮਕੋ ਤੂੰ ਕੈਦ ਬਣਾਏ। ਕਹਿਣ ਲੱਗੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਭਾਈ ਲੱਧਾ ਜੀ ਨੂੰ ਕਿ ਭਾਈ ਲੱਧਾ ਜੀ ਇੰਨਾ ਦੁੱਖ ਕਿਉਂ ਤੁਸੀਂ ਪਾਉਂਦੇ? ਜੇ ਤੁਸੀਂ ਪਹਿਲਾਂ ਹੀ ਆ ਕੇ ਸਾਨੂੰ ਬੇਨਤੀ ਕਰ ਦਿੰਦੇ
बख्श देत तुम पाकन ते हम बिन हंकार पए लख पाए। ਭਾਈ ਲੱਦਾ ਜੀ ਆ ਸਾਰਾ ਕੁਛ ਕਰਨ ਦੀ ਲੋੜ ਨਹੀਂ ਸੀ। ਤੁਸੀਂ ਗੁਰੂ ਕੇ ਅਨੰਨ ਪਿਆਰੇ ਸੇਵਕ ਹੋ, ਪਰਉਪਕਾਰੀ ਹੋ, ਤੇ ਇਸ ਕਰਕੇ ਆ ਸਾਰਾ ਕੁਛ ਕਰਨ ਦੀ ਲੋੜ ਨਹੀਂ ਸੀ। ਤੁਸੀਂ ਸਾਨੂੰ ਆ ਕੇ ਉਦਾਂ ਹੀ ਦੱਸ ਦਿੰਦੇ, ਬੇਨਤੀ ਕਰਦੇ ਕਿ ਉਹ ਹੰਕਾਰ ਤੋਂ ਰਹਿਤ ਹੋ ਗਏ ਨੇ, ਉਹਨਾਂ ਦਾ ਹੰਕਾਰ ਚਲਾ ਗਿਆ ਹੈ, ਤੇ ਤੁਸੀਂ ਸਾਨੂੰ ਆ ਕੇ ਇਸ ਤਰ੍ਹਾਂ ਬੇਨਤੀ ਕਰ ਦਿੰਦੇ। विद्या मद ते मूर्ख अंधे उचित सजाए तोहिन को चीन। ਇਹ ਰਾਗ ਵਿਦਿਆ ਦੇ ਕਰਕੇ ਦੋਵੇਂ ਹੰਕਾਰੀ ਹੋ ਗਏ ਸਨ। ਰਾਗ ਵਿਦਿਆ ਇਹਨਾਂ ਕੋਲ ਹੋਣ ਕਰਕੇ ਇਹਨਾਂ ਦੇ ਮਨ ਅੰਦਰ ਹੰਕਾਰ ਆ ਗਿਆ ਸੀ, ਤੇ ਇਸ ਤਰ੍ਹਾਂ ਹੰਕਾਰ ਧਾਰਨ ਕਰਕੇ ਇਹਨਾਂ ਨੇ ਜਿਹੜੀ ਗੁਰੂ ਸਾਹਿਬਾਨ ਦੀ ਨਿੰਦਿਆ ਕੀਤੀ, ਤਾਂ ਕਰਕੇ ਇਹਨਾਂ ਦੋਵਾਂ ਨੂੰ ਇਹ ਵੱਡਾ ਦੁੱਖ ਜਿਹੜਾ ਹੈ ਉਹ ਦੇਣਾ ਪਿਆ, ਤਾਂ ਇਹਨਾਂ ਨੇ ਸਾਰਾ ਦੁੱਖ ਪਾਇਆ ਹੈ। करे निकासन गर्भ हरन को अब तै तिन की रक्षा कीन। ਤੇ ਹੁਣ ਉਹਨਾਂ ਨੇ ਆਪਣਾ ਹੰਕਾਰ ਜਿਹੜਾ ਉਹ ਦੂਰ ਕਰ ਲਿਆ ਹੈ, ਤੇ ਇਹ ਤੁਸੀਂ ਉਹਨਾਂ ਦੀ ਰੱਖਿਆ ਕੀਤੀ ਹੈ। ਤੁਸੀਂ ਆ ਕੇ ਉਹਨਾਂ ਨੂੰ ਬਖਸ਼ਾਉਣ ਦਾ ਜਿਹੜਾ ਹੈ ਵੱਡਾ ਯਤਨ ਕੀਤਾ ਹੈ। लियो बुलाए उबारो दुख ते जे हंकार पयो ओरहीन। ਤੇ ਜੇ ਭਾਈ ਲੱਦਾ ਜੀ ਤੁਹਾਡੇ ਕਹਿਣ ਮੁਤਾਬਕ ਜੇ ਉਹ ਹੰਕਾਰ ਰਹਿਤ ਹੋ ਗਏ ਨੇ, ਜੇ ਉਹਨਾਂ ਦੇ ਹਿਰਦੇ ਦਾ ਹੰਕਾਰ ਚਲਾ ਗਿਆ ਹੈ, ਤੇ ਫਿਰ ਲਿਆਓ ਉਹਨਾਂ ਨੂੰ ਬੁਲਾ ਲਵੋ, ਉਹਨਾਂ ਦਾ ਜਿਹੜਾ ਦੁੱਖ ਹੈ ਉਹ ਦੂਰ ਕਰ ਦਈਏ। लोह पाए कर तपत अगन की मृदुता कह सो बख्शो पर बीन। ਕਹਿਣ ਲੱਗੇ ਸਤਿਗੁਰ ਪਾਤਸ਼ਾਹ ਜੀ, ਭਾਈ ਲੱਦਾ ਜੀ ਇਹ ਇਉਂ ਜਾਣ ਲਵੋ, ਜਿਹੜਾ ਇਹਨਾਂ ਨੂੰ ਇਹ ਸਜ਼ਾ ਦਿੱਤੀ ਹੈ ਉਹ ਇਉਂ ਜਾਣਨਾ ਕਰੋ ਜਿਵੇਂ ਲੋਹਾ ਅੱਗ ਦੀ ਤਪਸ਼ ਨੂੰ ਪਾ ਕੇ ਨਰਮ ਹੋ ਜਾਂਦਾ ਹੈ, ਤੇ ਜਦੋਂ ਲੋਹਾ ਨਰਮ ਹੋ ਜਾਂਦਾ ਹੈ, ਲੋਹਾਰ ਫਿਰ ਉਸੇ ਤਰ੍ਹਾਂ ਜੋ ਵੀ ਉਹਦੇ ਤੋਂ ਤਿਆਰ ਕਰਨਾ ਚਾਹੁੰਦਾ ਹੈ, ਔਜ਼ਾਰ ਬਣਾਉਣਾ ਚਾਹੁੰਦਾ ਉਹ ਬਣਾ ਲੈਂਦਾ, ਉਹ ਆਪਣਾ ਸੁਭਾਅ ਜਿਹੜਾ ਛੱਡ ਦਿੰਦਾ ਹੈ। ਤੇ ਇਹਨਾਂ ਨੂੰ ਵੀ ਇਸੇ ਕਰਕੇ ਇਹ ਸਜ਼ਾ ਦੇਣੀ ਪਈ। ਇਹਨਾਂ ਦੀ ਵੀ ਇਹੀ ਹਾਲਤ ਜਿਹੜੀ ਹੈ ਉਹ ਜਾਣਨਾ ਕਰੋ। ਤਬ ਲੱਤੇ ਹਰਖਤ ਨਰ ਭੇਜਿਓ ਸ਼੍ਰੀ ਸਤਿਗੁਰ ਟਿਕ ਲਏ ਬੁਲਾਏ। ਸਤਿਗੁਰੂ ਪਾਤਸ਼ਾਹ ਜੀ ਦੇ ਇਹ ਬਚਨ ਸੁਣ ਕੇ ਭਾਈ ਲੱਦਾ ਜੀ ਬਹੁਤ ਪ੍ਰਸੰਨ ਹੋਏ, ਤੇ ਪ੍ਰਸੰਨ ਹੋ ਕੇ ਇੱਕ ਆਦਮੀ ਨੂੰ, ਇੱਕ ਮਨੁੱਖ ਨੂੰ ਭੇਜਿਆ ਕਿ ਜਾਓ ਜਾ ਕਰਕੇ ਭਾਈ ਬਲਵੰਡ ਤੇ ਭਾਈ ਸੱਤਾ ਜੀ ਨੂੰ ਬੁਲਾ ਕੇ ਲਿਆਉਣਾ ਕਰੋ। ਕਰ ਅੰਚਰ ਕਰ ਜੋਰ ਦੀਨ ਕਹਿ ਸ਼ਰਨ ਸ਼ਰਨ ਰਾਖੋ ਸੁਖਦਾਏ। ਤੇ ਹੁਣ ਜਦੋਂ ਉਹ ਜਾ ਕੇ ਬੁਲਾ ਕੇ ਲਿਆਉਣਾ ਕੀਤਾ, ਇੱਕ ਸੇਵਕ ਨੇ ਦੱਸਿਆ ਕਿ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬੁਲਾਇਆ ਹੈ, ਤੇ ਹੁਣ ਦੋਵੇਂ ਜਣੇ ਚੱਲ ਕੇ ਆ ਗਏ। ਗਰ ਅੰਚਰ ਕਰ ਜੋਰ ਦੀਨ, ਗਲ ਵਿੱਚ ਪੱਲੂ ਪਾਇਆ, ਪੱਲੂ ਪਾ ਕੇ ਦੋਵੇਂ ਹੱਥ ਜੋੜ ਕੇ ਹੁਣ ਬੇਨਤੀਆਂ ਕਰਨ ਲੱਗੇ। ਸ਼ਰਨ ਸ਼ਰਨ ਰਾਖੋ ਸੁਖਦਾਏ, ਸੁੱਖਾਂ ਦੇ ਦਾਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਆਪਣੀ ਸ਼ਰਨ ਵਿੱਚ ਰੱਖ ਲਓ, ਆਪਣੀ ਸ਼ਰਨ ਵਿੱਚ ਰੱਖ ਲਓ। ਪਰੇ ਅਗਾਰੀ ਗੈ ਪਗ ਪੰਕਜ ਦ੍ਰਿਗ ਤੇ ਨਿਕਰਤ ਜਲ ਘਿਗਿਆਏ। ਹੁਣ ਸਤਿਗੁਰੂ ਜੀ ਦੇ ਅੱਗੇ ਢਹਿ ਪਏ, ਤੇ ਸਤਿਗੁਰੂ ਜੀ ਦੇ ਚਰਨ ਪਕੜ ਲਏ, ਤੇ ਘਗਿਆ ਕੇ ਹੁਣ ਬੋਲ ਕੇ ਬੇਨਤੀਆਂ ਕਰ ਰਹੇ ਨੇ। ਨੇਤਰਾਂ ਵਿੱਚੋਂ ਜਲ ਜਿਹੜਾ ਪਰਲ ਪਰਲ ਵਹਿ ਰਿਹਾ, ਘਗਿਆ ਕੇ ਬੋਲ ਕੇ ਬੇਨਤੀਆਂ ਕਰਦੇ ਹਨ। ਛਿਮੋ ਛਿਮੋ ਪ੍ਰਭ ਹਮੋ ਆਪ ਅਬ ਕਰੀ ਉਚਤ ਏ ਦਈ ਸਜਾਏ। ਹੁਣ ਬੇਨਤੀਆਂ ਕਰ ਰਹੇ ਨੇ, ਬਖਸ਼ ਲਵੋ, ਬਖਸ਼ ਲਵੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਸਾਡੇ ਕੀਤੇ ਹੋਏ ਗੁਨਾਹ ਬਖਸ਼ ਲਵੋ, ਮੁਆਫ ਕਰ ਦਿਓ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਆਪ ਜੀ ਨੇ ਇਹ ਉਚਿਤ ਕੰਮ ਕੀਤਾ ਹੈ, ਜਿਹਨੂੰ ਸਾਨੂੰ ਸਜ਼ਾ ਦਿੱਤੀ ਹੈ। ਸਾਡੇ ਅੰਦਰ ਜਿਹੜਾ ਵਿਦਿਆ ਦਾ ਹੰਕਾਰ ਹੋ ਗਿਆ ਸੀ, ਹਉਮੈ ਆ ਗਈ ਸੀ, ਆਪ ਜੀ ਨੇ ਇਹ ਉਚਿਤ ਕਾਰਜ ਕੀਤਾ ਹੈ ਸਜ਼ਾ ਦੇ ਕਰਕੇ। ਸ਼੍ਰੀ ਅਰਜਨ ਤਬ ਕਯੋ ਤਿਨੋ ਕੋ
ਸਿੱਖ ਲੱਤੇ ਕੋ ਭਾ ਉਪਕਾਰ। ਜਦੋਂ ਘਗਿਆ ਕੇ ਬੇਨਤੀਆਂ ਕਰਨ ਲੱਗੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ, ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਇਹਨਾਂ ਦੋਨਾਂ ਨੂੰ ਕਿ ਇਹ ਤਾਂ ਭਾਈ ਲੱਧਾ ਜੀ ਦਾ ਤੁਹਾਡੇ ਤੇ ਵੱਡਾ ਉਪਕਾਰ ਹੈ। ਇਹ ਤਾਂ ਭਾਈ ਲੱਧਾ ਜੀ ਨੇ ਵੱਡਾ ਪਰਉਪਕਾਰ ਦਾ ਕਾਰਜ ਕੀਤਾ ਹੈ। ਇਸਕੇ ਕਾਏ ਬਖਸ਼ ਤੁਮ ਦੀਨੇ, ਬਹੁਰ ਵਿਕਾਰ ਨ ਕਰੋ ਹੰਕਾਰ। ਇਹ ਤਾਂ ਭਾਈ ਲੱਧਾ ਜੀ ਦੇ ਕਹਿਣ ਤੇ ਤੁਹਾਨੂੰ ਬਖਸ਼ ਦਿੱਤਾ ਹੈ। ਗੁਨਾਹ ਤੁਸੀਂ ਬਹੁਤ ਵੱਡਾ ਕੀਤਾ ਸੀ ਗੁਰੂ ਸਾਹਿਬ ਦੀ ਨਿੰਦਿਆ ਕਰਕੇ, ਤੇ ਤੁਹਾਨੂੰ ਭਾਈ ਲੱਧਾ ਜੀ ਦੇ ਕਹਿਣ ਤੇ ਬਖਸ਼ ਦਿੱਤਾ। ਹੁਣ ਦੁਬਾਰਾ ਕਿਤੇ ਬੇਕਾਰ ਦਾ ਵਾਧੂ ਦਾ ਹੰਕਾਰ ਤੁਸੀਂ ਧਾਰਨ ਦੁਬਾਰਾ ਨਾ ਕਰ ਲੈਣਾ। ਅਦਕ ਹੁਤੇ ਅਪਰਾਧੀ ਦੋਨੋ, ਸ਼੍ਰੀ ਨਾਨਕ ਗੁਰ ਨਿੰਦ ਉਚਾਰ। ਕਹਿਣ ਲੱਗੇ ਤੁਸੀਂ ਦੋਵਾਂ ਨੇ ਵੱਡਾ ਅਪਰਾਧ ਕੀਤਾ। ਜੋ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਗਤ ਦੇ ਉਧਾਰ ਕਰਤਾ ਨੇ, ਪਰਉਪਕਾਰੀ ਸਤਿਗੁਰੂ ਜੀ ਦੀ ਨਿੰਦਿਆ ਆਪਣੀ ਰਸਨਾ ਤੋਂ ਤੁਸੀਂ ਕੀਤੀ ਹੈ। ਕਉ ਛਿਮਾ ਇਸਨੇ ਕਰਵਾਈ, ਨਹੀਂ ਤਾਂ ਦੋਏ ਲੋਕਨ ਕਸ਼ਟ ਹਜ਼ਾਰ। ਇਹ ਤੁਸੀਂ ਬਹੁਤ ਵੱਡਾ ਗੁਨਾਹ ਕੀਤਾ ਸੀ। ਇਹ ਤਾਂ ਭਾਈ ਲੱਧਾ ਜੀ ਨੇ ਤੁਹਾਨੂੰ ਬਖਸ਼ਾ ਦਿੱਤਾ, ਖਿਮਾ ਕਰਵਾ ਦਿੱਤੀ ਹੈ ਤੁਹਾਨੂੰ। ਨਹੀਂ ਤਾਂ ਦੋ ਲੋਕਨ ਕਸ਼ਟ ਹਜ਼ਾਰ, ਨਹੀਂ ਤਾਂ ਤੁਸੀਂ ਲੋਕ ਤੇ ਪਰਲੋਕ ਦੇ ਵਿੱਚ ਵੱਡੇ ਹਜ਼ਾਰਾਂ ਕਸ਼ਟ ਤੁਹਾਨੂੰ ਝੱਲਣੇ ਪੈਣੇ ਸਨ। ਪੁਨ ਲੱਦੇ ਬੋ ਬਿਨਤੀ ਕੀ ਨਸ, ਤਨ ਅਰੋਗ ਇਨਕੇ ਕਰਦੇ ਹੋ। ਫਿਰ ਭਾਈ ਲੱਧਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਦੇ ਘਰ ਵਿੱਚ ਆਇਓ ਤੇ ਇਹਨਾਂ ਦੇ ਸਰੀਰ ਤੇ ਜਿਹੜਾ ਆਇਆ ਹੋਇਆ ਦੁੱਖ ਹੈ, ਸਤਿਗੁਰੂ ਜੀ ਉਹ ਦੁੱਖ ਵੀ ਇਹਨਾਂ ਦਾ ਦੂਰ ਕਰ ਦੇਵੋ। ਗਾਵਨ ਉਚਿਤ ਸਭਾ ਮੈਂ ਤਬ ਹੋਏ, ਪੂਰਬ ਸੰਸਾਰ ਜਬੇ ਬਨੇ ਹੋ। ਇਹ ਸਰੀਰ ਕਰਕੇ ਅਰੋਗ ਹੋ ਜਾਣ ਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਆਪ ਜੀ ਦੀ ਸਭਾ ਦੇ ਵਿੱਚ, ਆਪ ਜੀ ਦੇ ਦੀਵਾਨ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਕੰਚਨ ਵਰਗੀ ਦੇਹੀ ਭਰ ਕੇ ਪਾ ਕਰਕੇ ਕੀਰਤਨ ਦੀ ਸੇਵਾ ਨਿਭਾਉਣ। ਸ਼੍ਰੀ ਅਰਜਨ ਪਾਖਿਓ ਇਨ ਦੋਇਨ, ਗੁਰ ਨਿੰਦਾ ਕੀਏ ਪਾ ਦੁਖ ਦੇਹੋ। ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਇਹਨਾਂ ਦੋਵਾਂ ਨੇ ਜੋ ਆਪਣੀ ਜ਼ੁਬਾਨ ਦੇ ਨਾਲ ਸਤਿਗੁਰੂ ਗੁਰੂ ਸਾਹਿਬਾਨ ਦੀ ਨਿੰਦਿਆ ਕੀਤੀ ਹੈ, ਸੋ ਅਪਰਾਧ ਨਿਵਾਰਨ ਹੋਏ ਜਬ, ਮਿਟੇ ਰੋਗ ਤਬ ਨਿਰਸੰਦੇਹੋ। ਤੇ ਇਹ ਵੱਡਾ ਦੁੱਖ ਤਾਂ ਕਰਕੇ ਇਹਨਾਂ ਨੇ ਪਾਇਆ, ਤੇ ਜਦੋਂ ਇਹਨਾਂ ਦਾ ਇਹ ਔਗਣ ਬਖਸ਼ਿਆ ਜਾਵੇਗਾ ਤੇ ਇਹਨਾਂ ਦੇ ਸਰੀਰ ਦਾ ਜਿਹੜਾ ਰੋਗ ਹੈ ਉਹ ਦੂਰ ਹੋ ਜਾਵੇਗਾ, ਰੋਗ ਸਰੀਰ ਤੇ ਨਹੀਂ ਰਹੇਗਾ। ਜਿਸ ਮੁਖ ਤੇ ਨਿੰਦਾ ਇਨ ਪਾਖੀ, ਤਿਸ ਤੇ ਗੁਰ ਜਸ ਕਰੇ ਬਖਾਨ। ਤੇ ਹੁਣ ਦੱਸਣ ਲੱਗੇ ਗੁਰੂ ਅਰਜਨ ਦੇਵ ਪਾਤਸ਼ਾਹ ਕਿ ਹੋਵੇਗਾ ਕਿਵੇਂ ਦੂਰ ਇਹ ਜਿਹੜਾ ਦੁੱਖ ਸਰੀਰ ਤੇ ਆਇਆ, ਜਿਹੜਾ ਇਹਨਾਂ ਨੇ ਅਪਰਾਧ ਕੀਤਾ ਹੈ। ਜਿੰਨੀ ਦੇਰ ਉਹ ਅਪਰਾਧ ਨਹੀਂ ਇਹਨਾਂ ਦਾ ਮਿਟਦਾ ਉਨੀ ਦੇਰ ਤੱਕ ਦੁੱਖ ਦੂਰ ਨਹੀਂ ਹੋਣਾ। ਤੇ ਦੁੱਖ ਦੂਰ ਕਿਵੇਂ ਹੋਣਾ? ਪਾਤਸ਼ਾਹ ਜੀ ਕਹਿਣ ਲੱਗੇ ਜਿਹੜੀ ਜ਼ੁਬਾਨ ਦੇ ਨਾਲ, ਜਿਹੜੇ ਮੁਖ ਦੇ ਨਾਲ ਇਹਨਾਂ ਨੇ ਸਤਿਗੁਰੂ ਸਾਹਿਬ ਦੀ ਨਿੰਦਾ ਕੀਤੀ ਹੈ, ਹੁਣ ਉਸੇ ਮੁਖ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦਾ ਜਸ ਆਪਣੀ ਰਸਨਾ ਤੋਂ ਉਚਾਰਨ ਕਰਨ। ਇਹ ਉਪਚਾਰ ਰੋਗ ਤਨ ਬਿਨਸੈ, ਹੋਏ ਸ਼ਰੀਰ ਸੋ ਪ੍ਰਥਮ ਸਮਾਨ। ਇਹ ਇੱਕ ਇਹਨਾਂ ਕੋਲ ਤਰੀਕਾ ਹੈ, ਜੇ ਕਰਕੇ ਇਹ ਆਪਣੇ ਹੁਣ ਮੁਖ ਤੋਂ ਸਤਿਗੁਰੂ ਜੀ ਦੀ ਸੁਜਸ ਕਰਨਗੇ ਤੇ ਉਹਦੇ ਨਾਲ ਇਹਨਾਂ ਦਾ ਦੁੱਖ ਜਿਹੜਾ ਹੈ ਉਹ ਦੂਰ ਹੋ ਜਾਵੇਗਾ, ਰੋਗ ਬਿਨਸ ਜਾਵੇਗਾ ਤੇ ਪਹਿਲਾਂ ਦੀ ਤਰ੍ਹਾਂ ਇਹਨਾਂ ਦਾ ਸੋਹਣਾ ਸੁੰਦਰ ਸਰੀਰ ਜਿਹੜਾ ਹੈ ਉਹ ਇਹਨਾਂ ਨੂੰ ਪ੍ਰਾਪਤ ਹੋ ਜਾਵੇਗਾ। ਤਬ ਲੱਦੇ ਦੋਨੋਂ ਸੰਗ ਭਾਖਿਓ, ਅਬ ਦੁਖ ਭੰਜਨ ਕਰੋ ਇਸ਼ਨਾਨ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਸੁਣ ਕਰਕੇ ਭਾਈ ਲੱਧਾ ਜੀ ਨੇ ਹੁਣ ਭਾਈ ਬਲਵੰਡ ਤੇ ਭਾਈ ਸੱਤਾ ਜੀ ਨੂੰ ਕਿਹਾ, ਕਹਿਣ ਲੱਗੇ ਹੁਣ ਤੁਸੀਂ ਦੋਵੇਂ ਜਣੇ ਦੁੱਖ ਭੰਜਨੀ ਸਾਹਿਬ ਜਿੱਥੇ ਬੇਰੀ ਹੈ ਉੱਥੇ ਜਾ ਕਰਕੇ ਸਰੋਵਰ ਦੇ ਵਿੱਚ ਇਸ਼ਨਾਨ ਕਰੋ।
ਬ੍ਰਹਮ ਰੂਪ ਸ਼੍ਰੀ ਨਾਨਕ ਬਰਨੋ ਗੁਰ ਬਨ ਤਾਰਿਓ ਜਿਨੋ ਜਹਾਨ। ਬ੍ਰਹਮ ਸਵਰੂਪ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਜਾਣਦਿਆਂ ਹੋਇਆਂ ਉਹਨਾਂ ਦਾ ਮਹਾਨ ਸੁਜਸ ਕਰੋ, ਜਿਨ੍ਹਾਂ ਨੇ ਆ ਕੇ ਜਗਤ ਨੂੰ ਤਾਰਿਆ, ਜਗਤ ਦਾ ਉਧਾਰ ਕੀਤਾ ਹੈ। ਪਿਨ ਪਿਨ ਪੁਨ ਪੰਚੋਂ ਗੁਰ ਕੀ ਨਿਜ ਬਾਣੀ ਤੇ ਕੀਰਤ ਗਾਓ। ਪਹਿਲਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸੁਜਸ ਕਰੋ, ਫਿਰ ਭਿੰਨ ਭਿੰਨ ਵੱਖ ਵੱਖ ਪ੍ਰਕਾਰ ਦੇ ਨਾਲ ਬਾਕੀ ਗੁਰੂ ਸਾਹਿਬਾਨ ਦੇ ਜਿਹੜਾ ਹੈ ਉਹ ਸੁਜਸ ਆਪਣੀ ਰਸਨਾ ਤੋਂ ਉਚਾਰਨ ਕਰੋ। ਹੋਏ ਨਿਸ਼ਕਪਟ ਗਰਭ ਕੋ ਪਰ ਹਰ ਸਤ ਸੰਗਤ ਮੈਂ ਬਹੁਰ ਸਮਾਓ। ਤੇ ਆਪਣਾ ਹੰਕਾਰ ਦੂਰ ਕਰਕੇ, ਛਲ ਕਪਟ ਤੋਂ ਦੂਰ ਹੋ ਕੇ ਤੇ ਸਤ ਸੰਗਤ ਮੈਂ ਬਹੁਰ ਸਮਾਓ, ਸਤ ਸੰਗਤ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਜੁੜਨਾ ਕਰੋ, ਮਿਲ ਜਾਓ। ਸੁਨ ਹਰਖੇ ਜਨ ਅੰਮ੍ਰਿਤ ਬਰਖੇ ਦੁਖ ਦਾਰਦ ਉਰ ਸਰਬ ਪਿਲਾਓ। ਜਦੋਂ ਇਸ ਪ੍ਰਕਾਰ ਦੇ ਨਾਲ ਸੁਣਿਆ ਭਾਈ ਬਲਵੰਡ ਤੇ ਭਾਈ ਸੱਤਾ ਜੀ ਨੇ, ਜਦੋਂ ਆਪਣੇ ਕੰਨਾਂ ਨਾਲ ਇਹ ਬੋਲ ਸੁਨੇ ਤੇ ਮਾਨੋ ਜਿਵੇਂ ਕਿਸੇ ਨੇ ਅੰਮ੍ਰਿਤ ਬਖਸ਼ ਦਿੱਤਾ ਹੋਵੇ, ਕਿਸੇ ਨੇ ਅੰਮ੍ਰਿਤ ਛਿੜਕ ਦਿੱਤਾ ਹੋਵੇ, ਤੇ ਜਿਹਦੇ ਨਾਲ ਇਹਨਾਂ ਦਾ ਦੁੱਖ ਜਿਹੜਾ ਦਲਿੱਦਰ ਹੈ, ਕੰਗਾਲੀ ਹੈ, ਉਹ ਸਾਰਾ ਇਹਨਾਂ ਦਾ ਦੂਰ ਹੋ ਗਿਆ ਹੋਵੇ। ਸ਼੍ਰੀ ਦੁਖ ਭੰਜਨ ਮੱਜਨ ਕੀਨੋ ਸਿਮਰ ਨਾਮ ਸ਼੍ਰੀ ਗੁਰ ਕਰ ਪਾਓ। ਜਾਓ ਜਾ ਕੇ ਦੁਖ ਭੰਜਨੀ ਸਾਹਿਬ ਬੇਰੀ ਵਾਲੇ ਸਥਾਨ ਤੇ ਇਸ਼ਨਾਨ ਕਰੋ, ਇਸ਼ਨਾਨ ਕਰਕੇ ਤੇ ਸਿਮਰ ਨਾਮ ਮਨ ਦੇ ਅੰਦਰ ਗੁਰੂ ਦੀ ਭੈ ਭਾਵਨੀ ਰੱਖ ਕਰਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੋ। ਸ਼੍ਰੀ ਅਰਜਨ ਕੇ ਪੁਨ ਹੋਏ ਸਨਮੁਖ ਠਾਂਡੇ ਪਏ ਸੋ ਦਰਪ ਨਿਕੰਦ। ਤੇ ਸਤਿਗੁਰ ਪਾਤਸ਼ਾਹ ਜੀ ਦੇ ਸਨਮੁਖ ਹੋ ਕਰਕੇ, ਸਤਿਗੁਰ ਪਾਤਸ਼ਾਹ ਜੀ ਦੇ ਸਨਮੁਖ ਖੜ ਕਰਕੇ, ਹੰਕਾਰ ਨੂੰ ਦੂਰ ਕਰਕੇ ਸਤਿਗੁਰ ਪਾਤਸ਼ਾਹ ਜੀ ਦਾ ਮਹਾਨ ਸੁਜਸ ਕਰੋ। ਰੁਚਰ ਰਾਗਨੀ ਰਾਮ ਕਲੀ ਵਿੱਚ ਕਰੀ ਵਾਰ ਉਰ ਧਾਰ ਆਨੰਦ। ਇਹਨਾਂ ਦੋਨਾਂ ਨੇ ਉਸੇ ਤਰ੍ਹਾਂ ਹੀ ਕੀਤਾ। ਭਾਈ ਬਲਵੰਡ ਰਾਏ ਜੀ, ਭਾਈ ਸੱਤਾ ਜੀ ਨੇ ਜਾ ਕਰਕੇ ਦੁਖ ਭੰਜਨੀ ਸਾਹਿਬ ਬੇਰੀ ਵਾਲੇ ਸਥਾਨ ਤੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਆਏ, ਸਨਮੁਖ ਖੜੇ ਹੋ ਕਰਕੇ ਇਹਨਾਂ ਨੇ ਜਿਹੜੀ ਵਾਰ ਹੈ ਰਾਮਕਲੀ ਰਾਗ ਦੇ ਵਿੱਚ, ਉਹ ਵਾਰ ਜਿਹੜੀ ਹੈ ਆਪਣੀ ਰਸਨਾ ਤੋਂ ਉਚਾਰਨ ਕੀਤੀ ਹੈ। ਪੌੜੀ 4 ਮਝਾਰ ਕਯੋ ਸ਼ੁਭ ਸ਼੍ਰੀ ਨਾਨਕ ਕੋ ਸੁਜਸ ਬਿਲੰਦ। ਤੇ ਹੁਣ ਇਹਨਾਂ ਨੇ 4 ਪੌੜੀਆਂ ਇਸ ਵਾਰ ਦੀਆਂ ਗਾਇਨ ਕੀਤੀਆਂ। ਪਹਿਲੀਆਂ ਜਿਹੜੀਆਂ 4 ਪੌੜੀਆਂ ਹਨ, ਉਹਨਾਂ ਪਹਿਲੀਆਂ 4 ਪੌੜੀਆਂ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਸ ਗਾਇਆ। ਰਾਮਕਲੀ ਰਾਗ ਦੇ ਵਿੱਚ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤਾ ਡੂਮ ਆਖੀ, ਇਸ ਸਰਲੇਖ ਹੇਠ ਵਾਰ ਦਰਜ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ। ਤੇ ਵਾਰ ਦੀਆਂ ਜਿਹੜੀਆਂ ਪਹਿਲੀਆਂ 4 ਪੌੜੀਆਂ ਨੇ, ਉਹ 4 ਪੌੜੀਆਂ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਮਹਾਨ ਸੁਜਸ ਇਹਨਾਂ ਨੇ ਕੀਤਾ ਹੈ। ਬੁੱਧੀ ਜਥਾ ਮਤ ਤਥਾ ਕਥਿਓ ਤਬ ਹੋਨ ਕਿਰਤਾਰਥ ਸਵਾਰਥਵੰਦ। ਇਹਨਾਂ ਸਵਾਰਥਵਾਨਾਂ ਨੇ ਆਪਣਾ ਮਨੋਰਥ ਜਿਸ ਤਰ੍ਹਾਂ ਪੂਰਾ ਹੋ ਜਾਵੇ, ਜਿਤਨੀ ਮਤ ਸੀ ਆਪਣੀ ਮਤ ਦੇ ਮੁਤਾਬਕ ਸਤਿਗੁਰੂ ਪਾਤਸ਼ਾਹ ਜੀ ਦਾ ਸੁਜਸ ਕੀਤਾ ਹੈ। ਇੱਕ ਇੱਕ ਪੌੜੀ ਚਤਰ ਗੁਰੂ ਕੀ ਸੁੰਦਰ ਕੀਰਤ ਕਈ ਬਣਾਏ। 4 ਪਹਿਲੀਆਂ ਵਾਰ ਦੀਆਂ ਪੌੜੀਆਂ, ਉਹਦੇ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਕੀਰਤੀ ਗਾਈ ਹੈ, ਸੁਜਸ ਕੀਤਾ ਹੈ। ਫਿਰ ਅੱਗੇ ਇੱਕ ਇੱਕ ਪੌੜੀ ਬਾਕੀ 4 ਗੁਰੂ ਸਾਹਿਬਾਨ ਦੀ ਸੋਹਣੀ ਸੁੰਦਰ ਕੀਰਤੀ ਕਰਕੇ ਬਣਾਈ ਪੌੜੀ ਤਿਆਰ ਕੀਤੀ ਹੈ। ਸ਼੍ਰੀ ਅਰਜਨ ਪਰ ਤਖ ਅਗਰ ਥਿਤ ਹਾਥ ਜੋਰ ਸਭ ਦਈ ਸੁਨਾਏ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਨਮੁਖ ਖੜੇ ਹੋ ਕੇ ਦੋਵੇਂ ਹੱਥ ਜੋੜ ਕੇ ਇਹ ਜਿਹੜੀ ਵਾਰ ਇਹਨਾਂ ਨੇ ਰਚੀ,
ਉਹ ਵਾਰ ਜਿਹੜੇ ਸੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸੁਣਾਉਣਾ ਕੀਤੀ ਹੈ। ਭਏ ਪ੍ਰਸੰਨ ਵਾਰ ਕੋ ਸੁਨ ਕੇ ਤਬ ਸ਼੍ਰੀ ਗ੍ਰੰਥ ਵਿਖੇ ਲਿਖਵਾਏ। ਤੇ ਇਹਨਾਂ ਨੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸੁਜਸ ਗਾਇਆ, ਇਸ ਵਾਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਇਹਨਾਂ ਦੇ ਦੁਆਰਾ ਰਚੀ ਹੋਈ ਇਹ ਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਦਰਜ ਕਰ ਦਿੱਤੀ। ਰੋਗ ਛੀਨ ਪਾ ਤਨ ਨਵੀਨ ਸ਼ੁਭ ਲੋਕ ਬਿਲੋਕ ਰਹੇ ਬਿਸਮਾਏ। ਤੇ ਹੁਣ ਇਹਨਾਂ ਦਾ ਜਿਹੜਾ ਰੋਗ ਸੀ ਉਹ ਤਨ ਤੋਂ ਦੂਰ ਹੋ ਗਿਆ ਹੈ। ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸੁਜਸ ਕੀਤਾ, ਮਹਾਨ ਸੁਜਸ ਕਰਨ ਦੇ ਨਾਲ ਤਨ ਤੋਂ ਜਿਹੜਾ ਰੋਗ ਸੀ ਉਹ ਦੂਰ ਹੋ ਗਿਆ। ਤਨ ਨਵੀਨ ਸ਼ੁਭ ਸੋਹਣਾ ਸੁੰਦਰ ਸਰੀਰ ਪ੍ਰਾਪਤ ਕੀਤਾ। ਲੋਕ ਬਿਲੋਕ ਰਹੇ ਬਿਸਮਾਏ। ਜਿੰਨਿਆਂ ਵੀ ਉੱਥੇ ਸਿੱਖ ਸੰਗਤਾਂ ਜੁੜੀਆਂ ਸਨ ਉਹ ਵੇਖ ਵੇਖ ਕੇ ਬਹੁਤ ਹੈਰਾਨ ਹੋ ਰਹੀਆਂ ਸਨ। ਪਠੇ ਸੁਨੇ ਜੋ ਵਾਰ ਪ੍ਰੇਮ ਕਰ ਤਨ ਕੇ ਰੁਜ ਤਿਸ ਕੇ ਹੋਏ ਹਾਨ। ਤੇ ਜਿਹੜੀ ਵਾਰ ਭਾਈ ਬਲਵੰਡ ਤੇ ਭਾਈ ਸੱਤਾ ਜੀ ਨੇ ਉਚਾਰਨ ਕੀਤੀ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਵਿੱਚ ਸਾਹਿਬ ਵਿੱਚ ਦਰਜ ਕਰਦੇ ਆ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ, ਕਹਿਣ ਲੱਗੇ ਜਿਹੜਾ ਵੀ ਮਨ ਕਰਕੇ ਇਸ ਵਾਰ ਨੂੰ ਪੜ੍ਹੇਗਾ ਜਾਂ ਇਸ ਵਾਰ ਨੂੰ ਸੁਨੇਗਾ, ਪ੍ਰੇਮ ਕਰਕੇ ਪੜ੍ਹੇਗਾ ਸੁਨੇਗਾ, ਉਹਦੇ ਤਨ ਦੇ ਜਿੰਨੇ ਵੀ ਰੋਗ ਨੇ, ਜਿੰਨੇ ਵੀ ਦੁੱਖ ਨੇ, ਉਹ ਇਸ ਬਾਣੀ ਨੂੰ ਪੜਨ ਦੇ ਨਾਲ ਦੂਰ ਹੋ ਜਾਣਗੇ। ਨਿਤ ਪ੍ਰਤ ਨੇਮ ਕਰੇ ਮੁਖ ਉਚਰੇ ਗੁਰ ਕੀ ਸ਼ਰਧਾ ਵਦੇ ਮਹਾਨ। ਤੇ ਨਿਤਾ ਪ੍ਰਤ ਹਰ ਰੋਜ਼ ਨੇਮ ਦੇ ਨਾਲ ਮੁਖ ਤੋਂ ਇਹ ਵਾਰ ਨੂੰ ਉਚਾਰਨ ਕਰੇਗਾ, ਜਿਹੜਾ ਵੀ ਇਹ ਬਾਣੀ ਨੂੰ ਪੜ੍ਹੇਗਾ ਪ੍ਰੇਮ ਦੇ ਨਾਲ ਉਚਾਰੇਗਾ ਮੁਖ ਤੋਂ, ਉਹਦੇ ਹਿਰਦੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੇ ਤਾਈਂ ਬਹੁਤ ਮਹਾਨ ਪ੍ਰੇਮ ਵਧੇਗਾ। ਮਨ ਬਾਚਿਤ ਕੋ ਦੇਤ ਗੁਰੂ ਜਸ ਧਰੇ ਪ੍ਰੇਮ ਕਰ ਰੂਪ ਜੋ ਧਿਆਨ। ਜਿਹੜਾ ਵੀ ਇਸ ਵਾਰ ਨੂੰ ਪੜ੍ਹੇਗਾ ਉਹਨੂੰ ਮਨ ਇੱਛਤ ਫਲ ਜਿਹੜੇ ਨੇ ਉਹ ਪ੍ਰਾਪਤ ਹੋਣਗੇ, ਸਾਰੇ ਸੁਖ ਪ੍ਰਾਪਤ ਹੋ ਜਾਣਗੇ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਸੁਰਤ ਜੁੜ ਜਾਵੇਗੀ। ਅਸ ਕੋ ਵਸਤ ਜੋ ਹਾਥ ਨ ਆਵੇ ਪਾਠ ਕਰੇ ਸ਼੍ਰੀ ਗ੍ਰੰਥ ਮਹਾਨ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿਹੜਾ ਵੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਮਨ ਕਰਕੇ ਪੜ੍ਹੇਗਾ, ਦੁਨੀਆ ਦੀ ਐਸੀ ਕੋਈ ਵਸਤੂ ਨਹੀਂ ਜਿਹੜੀ ਬਾਣੀ ਪੜ੍ਹਨ ਦੇ ਨਾਲ ਉਹਨੂੰ ਪ੍ਰਾਪਤ ਨਹੀਂ ਹੋਵੇਗੀ। ਬਾਣੀ ਪੜ੍ਹਨ ਦੇ ਨਾਲ ਮਨ ਇੱਛਤ ਫਲ ਉਸ ਨੂੰ ਪ੍ਰਾਪਤ ਹੋਣਗੇ। ਸਭਾ ਲਗੀ ਸ਼੍ਰੀ ਅਰਜਨ ਜੀ ਤਬ ਲੱਦੇ ਕੀ ਉਪਮਾ ਬੜ ਕੀਨ। ਸਤਿਗੁਰੂ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੋਇਆ ਸੀ, ਸਿੱਖ ਸੰਗਤਾਂ ਜੁੜੀਆਂ ਹੋਈਆਂ ਸਨ। ਸਜੇ ਹੋਏ ਦੀਵਾਨ ਦੇ ਵਿੱਚ ਸੰਗਤਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਈ ਲੱਦਾ ਜੀ ਦੀ ਵੱਡੀ ਉਪਮਾ ਕੀਤੀ ਹੈ। ਧੰਨ ਸਿੱਖ ਪੁਨ ਪਰ ਉਪਕਾਰੀ ਪਰ ਹਿਤ ਜਿਨੋ ਲਾਜ ਤਜ ਦੀਨ। ਕਹਿਣ ਲੱਗੇ ਹਨ ਧੰਨ ਹੈ ਗੁਰੂ ਕਾ ਸਿੱਖ, ਪਰਉਪਕਾਰੀ ਸੁਭਾਅ ਦਾ ਮਾਲਕ ਭਾਈ ਲੱਦਾ, ਜਿਨ੍ਹਾਂ ਨੇ ਪਰਾਇਆ ਕਾਰਜ ਕਰਨ ਵਾਸਤੇ ਆਪਣੇ ਜਿਹੜੇ ਹੈ ਉਹ ਲੱਜਾ ਜਿਹੜੀ ਹੈ ਉਹਦੀ ਪਰਵਾਹ ਨਹੀਂ ਕੀਤੀ, ਆਪਣੀ ਇੱਜ਼ਤ ਦੀ ਪਰਵਾਹ ਨਹੀਂ ਕੀਤੀ ਤੇ ਪਰਉਪਕਾਰ ਪਰਾਇਆ ਕਾਰਜ ਕਰਨ ਵਾਸਤੇ ਵੱਡਾ ਪਰਉਪਕਾਰ ਕੀਤਾ ਹੈ। ਕਰ ਨ ਸਕੇ ਕੋ ਕਰਿਓ ਸੋ ਐਸੇ ਜਾਣੇ ਪਏ ਰਬਾਬੀ ਦੀਨ। ਕਹਿਣ ਲੱਗੇ ਜਿਹੜਾ ਕਾਰਜ ਭਾਈ ਲੱਦਾ ਜੀ ਨੇ ਕੀਤਾ ਹੈ ਇਹ ਕਾਰਜ ਕੋਈ ਨਹੀਂ ਕਰ ਸਕਦਾ। ਜਿਹੜਾ ਕਾਰਜ ਨਹੀਂ ਕੀਤਾ ਜਾ ਸਕਦਾ ਨਾ, ਬਹੁਤ ਕਠਿਨ ਹੈ, ਜਿਹਨੂੰ ਕੋਈ ਵੀ ਨਹੀਂ ਕਰ ਸਕਦਾ, ਉਸ ਕਾਰਜ ਨੂੰ ਭਾਈ ਲੱਦਾ ਜੀ ਨੇ ਇਹਨਾਂ ਦੋਵਾਂ ਨੂੰ ਰਬਾਬੀਆਂ ਨੂੰ ਦੀਨ ਹੋਇਆ ਵੇਖ ਕੇ ਵੱਡਾ ਇਹ ਕਾਰਜ ਕੀਤਾ ਹੈ। ਦਵੈਪੁਰ ਵਿਖੇ ਕੁਬੇਖ ਦਿਖਾਇਓ ਅਰਜ ਗੁਜ਼ਾਰ ਕੀਏ ਦੁਖਹੀਨ। ਦੋਪੁਰ
ਲਾਹੌਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ, ਦੋ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਆਪਣੇ ਸਰੀਰ ਤੇ ਇਹ ਜਿਹੜਾ ਵੇਸ ਹੈ ਉਹ ਧਾਰਨ ਕਰਕੇ, ਆਪਣਾ ਮੂੰਹ ਕਾਲਾ ਕਰਕੇ ਗਧੇ ਤੇ ਸਵਾਰ ਹੋ ਕੇ ਢੋਲ ਵਜਾਉਂਦੇ ਹੋਏ ਪਹਿਲਾਂ ਲਾਹੌਰ ਵਿੱਚ ਫਿਰੇ, ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਫਿਰੇ, ਆਪਣਾ ਇਹ ਵੇਸ ਵਿਖਾਇਆ। ਤੇ ਇਹਨਾਂ ਦਾ ਜਿਹੜਾ ਵੱਡਾ ਦੁੱਖ ਸੀ, ਉਹ ਇਹਨਾਂ ਦਾ ਦੁੱਖ ਜਿਹੜਾ ਹੈ ਉਹ ਇਹਨਾਂ ਨੇ ਆ ਕਰਕੇ ਅਰਜ ਗੁਜ਼ਾਰ ਬੇਨਤੀ ਕਰਕੇ ਦੁੱਖ ਦੂਰ ਕੀਤਾ ਹੈ। ਸਾਰ ਮਹਾ ਸਿਮਰਨ ਸਤਨਾਮੁ, ਕਾਰ ਮਹਾ ਕਰਬੇ ਉਪਕਾਰ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸਭ ਤੋਂ ਸ੍ਰੇਸ਼ਟ ਉੱਤਮ ਕਰਮ ਹੈ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਨਾ। ਇਹ ਸਭ ਤੋਂ ਮਹਾਨ ਸ੍ਰੇਸ਼ਟ ਉੱਤਮ ਕਰਮ ਹੈ। ਤੇ ਪਰਉਪਕਾਰਾਂ ਦੇ ਵਿੱਚੋਂ ਸਭ ਤੋਂ ਵੱਡਾ ਪਰਉਪਕਾਰ ਜਿਹੜਾ ਇਸ ਤਰ੍ਹਾਂ ਭਾਈ ਲੱਦਾ ਜੀ ਨੇ ਕੀਤਾ, ਕਿਸੇ ਤੇ ਪਰਉਪਕਾਰ ਕਰਨਾ, ਬਾਕੀ ਦੇ ਕਰਮਾਂ ਦੇ ਵਿੱਚੋਂ ਸਾਰਿਆਂ ਚੋਂ ਵੱਡਾ ਪਰਉਪਕਾਰ ਦਾ ਕਰਮ ਹੈ। ਇਨ ਦੋਨੋਂ ਬਿਨ ਮਾਨੁਖ ਤਨ ਤਿਕ, ਸਮੋ ਬਿਤਾਵੇ ਲਖੇ ਨ ਸਾਰ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਿਸ ਦੇ ਜੀਵਨ ਅੰਦਰ ਇਹ ਦੋਵੇਂ ਚੀਜ਼ਾਂ ਨਹੀਂ, ਜਿਸ ਦੇ ਜੀਵਨ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਤੇ ਜਿਸ ਦੇ ਜੀਵਨ ਅੰਦਰ ਪਰਉਪਕਾਰ ਦੀ ਬਿਰਤੀ ਨਹੀਂ ਬਣੀ, ਪਰਉਪਕਾਰ ਕਰਨ ਬਾਰੇ ਕਦੀ ਵਿਚਾਰ ਵੀ ਮਨ ਵਿੱਚ ਨਹੀਂ ਆਇਆ, ਜਿਹਦੇ ਕੋਲੇ ਦੋਵੇਂ ਕਰਮ ਨਹੀਂ, ਉਹਦਾ ਆਉਣਾ ਸੰਸਾਰ ਤੇ ਤਰਕਾਰ ਹੈ। ਜਿਨੇ ਤਤ ਦੇ, ਜਿਸ ਨੇ ਅਸਲ ਦੀ ਪਹਿਚਾਨ ਨਹੀਂ ਕੀਤੀ, ਜਿਸ ਨੇ ਇਸ ਗੱਲ ਨੂੰ ਵਿਚਾਰਿਆ ਨਹੀਂ, ਉਹਦਾ ਆਉਣਾ ਸੰਸਾਰ ਤੇ ਤਰਕਾਰ ਹੈ। ਪੂਛ ਸਿੰਘ ਬਿਨ ਪਸ਼ੂ ਜਨਮ ਤਿਨ, ਆਏ ਬਾਦ ਬੀਚ ਸੰਸਾਰ। ਜਿਸ ਮਨੁੱਖ ਦੇ ਜੀਵਨ ਅੰਦਰ ਇਹ ਦੋਵੇਂ ਕਰਮ ਨਹੀਂ ਹਨ, ਉਹਨੂੰ ਇਉਂ ਜਾਣੋ ਕਿ ਬਿਨਾ ਸਿੰਘਾਂ ਤੋਂ ਤੇ ਬਿਨਾ ਪੂਛ ਤੋਂ ਉਹ ਪਸ਼ੂ ਦੇ ਸਮਾਨ ਹੈ। ਉਹ ਮਨੁੱਖ ਜਿਹਦੇ ਜੀਵਨ ਅੰਦਰ ਪਰਉਪਕਾਰ ਨਹੀਂ, ਜਿਹਦੇ ਜੀਵਨ ਅੰਦਰ ਸਿਮਰਨ ਨਹੀਂ, ਉਹ ਬਿਨਾ ਸਿੰਘਾਂ ਤੋਂ ਬਿਨਾ ਪੂਛ ਤੋਂ ਮਾਨੋ ਪਸ਼ੂ ਦੇ ਸਮਾਨ ਹੈ। ਇਸ ਤਰ੍ਹਾਂ ਸੰਸਾਰ ਦੇ ਵਿੱਚ ਆਇਆ ਸਮਝੋ। ਅੰਤ ਸਮੇਂ ਜਮਦੂਤ ਗਾਏ ਦਿੜ, ਝੂਰਤ ਗਮਨੇ ਤਵੈ ਕਰ ਝਾਰ। ਤੇ ਐਸੇ ਮਨੁੱਖ ਦਾ ਜਦੋਂ ਅੰਤ ਸਮਾਂ ਆਉਂਦਾ ਹੈ ਤੇ ਅੰਤ ਸਮੇਂ ਜਿਹੜੇ ਜਮਦੂਤ ਨੇ ਉਹ ਫਿਰ ਚੰਗੀ ਤਰ੍ਹਾਂ ਘੁੱਟ ਕੇ ਪਕੜ ਲੈਂਦੇ ਨੇ, ਮਜ਼ਬੂਤ ਹੱਥ ਪਾ ਕੇ, ਉਹਨੇ ਤਕੜੇ ਪਾਏ ਹੱਥ, ਤਕੜੇ ਹੱਥ ਪਾ ਕੇ ਮਜ਼ਬੂਤੀ ਦੇ ਨਾਲ ਪਕੜ ਲੈਂਦੇ ਨੇ। ਫਿਰ ਦੋਵੇਂ ਹੱਥ ਝਾੜ ਕੇ ਸੰਸਾਰ ਤੋਂ ਤੁਰ ਪੈਂਦਾ, ਝੂਰਦਾ ਤੇ ਰੋਂਦਾ ਜਾਂਦਾ ਹੈ। ਪੁੰਨ ਦਾਨ ਤਪ ਮਖ ਕੋ ਕਰਬੋ, ਹੋਤ ਨ ਪਰ ਉਪਕਾਰ ਸਮਾਨ। ਸੰਸਾਰ ਦੇ ਵਿੱਚ ਲੋਕ ਕਰਮ ਕਾਂਡ ਕਰਦੇ ਨੇ, ਕੋਈ ਪੁੰਨ ਕਰਦਾ ਹੈ, ਕੋਈ ਦਾਨ ਕਰਦਾ ਹੈ, ਕੋਈ ਤਪ ਕਰਦਾ ਹੈ, ਕੋਈ ਯੱਗ ਕਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਪੁੰਨ, ਦਾਨ, ਤਪ ਤੇ ਯੱਗ, ਇਹਨਾਂ ਦੇ ਵਿੱਚੋਂ ਜਿਹੜਾ ਕਾਰਜ ਹੈ, ਜਿਹੜਾ ਕਰਮ ਹੈ, ਉਹ ਪਰਉਪਕਾਰ ਦਾ ਕਰਮ ਹੈ। ਕਲ ਮਲ ਕਰਨ ਅਨ ਕਨ ਰੀਤੀ, ਕ੍ਰਿਤ ਕਣ ਕੇ ਸਮ ਕੋਏ ਨ ਜਾਣ। ਤੇ ਸੰਸਾਰ ਦੇ ਵਿੱਚ ਜੇਕਰ ਜਿਸ ਦੇ ਜੀਵਨ ਅੰਦਰ ਪਰਉਪਕਾਰ ਨਹੀਂ ਤੇ ਜਿਹੜੇ ਜੀਵ ਅਜਿਹੇ ਕਰਮ ਕਰਦੇ ਨੇ ਉਹ ਅਕਿਰਤ ਘਣਾ ਦੇ ਸਮਾਨ ਨੇ, ਜਿਨ੍ਹਾਂ ਨੂੰ ਕੋਈ ਸੰਸਾਰ ਅੰਦਰ ਜਾਣਦਾ ਨਹੀਂ, ਜਿਹੜੇ ਪਾਪ ਪੁੰਨ ਦੀ ਵਿਚਾਰ ਨਹੀਂ ਕਰਦੇ। ਰਹਿਨ ਅਹਿੰਸ ਧਰਮ ਸਭ ਕੀਨੇ, ਹਿੰਸਾ ਕਰੇ ਪਾਪ ਪਹਿਚਾਨ। ਤੇ ਆਪਣੇ ਵੱਲੋਂ ਅਹਿੰਸਕ ਬਣ ਕੇ ਰਹਿੰਦੇ ਹੋਣ, ਧਰਮ ਸਭ ਕੀਨੇ ਤੇ ਨਾਲੇ ਧਰਮ ਕਰੀ ਜਾਣ, ਹਿੰਸਾ ਕਰੇ ਪਾਪ ਪਹਿਚਾਨ, ਤੇ ਪਾਪ ਨੂੰ ਜਾਣਦਿਆਂ ਹੋਇਆਂ ਵੀ ਹਿੰਸਾ ਕਰੀ ਜਾਣ। ਜਾਂ ਤੇ ਨਿਤ ਚਿਤਵੇਂ ਉਪਕਾਰੂ, ਧਨ ਤੇ ਮਨ ਤੇ ਠਾਨ। ਤੇ ਜਿਹੜੇ ਹਿਰਦੇ ਦੇ ਵਿੱਚ ਨਿਤ ਚਿਤਵਦੇ ਨੇ ਪਰਉਪਕਾਰ ਦੇ ਵਾਸਤੇ, ਧਨ ਕਰਕੇ, ਮਨ ਕਰਕੇ, ਤਨ ਕਰਕੇ, ਇਹ ਗੱਲ ਮਨ ਅੰਦਰ ਠਾਣ ਕੇ ਰੱਖਦੇ ਹਨ ਪਰਉਪਕਾਰ ਕਰਨ ਦੇ। ਨਰ ਸ਼ੁਭ ਸਭਾ ਸਭੇ ਸੁਨ ਸ਼੍ਰੋਨਨ, ਗੁਰ ਪਾਕਨ ਪਰ ਨਿਸ਼ਚਾ ਕੀਨ। ਸਭਾ ਦੇ ਵਿੱਚ ਜਿੰਨੇ ਵੀ
ਸਿੱਖ ਸੰਗਤਾਂ ਜੁੜੀਆਂ ਸਨ, ਸਰੀਰ ਬੈਠੇ ਸਨ। ਸਾਰਿਆਂ ਨੇ ਜਦੋਂ ਸਤਿਗੁਰੂ ਜੀ ਦੇ ਇਹ ਬਚਨ ਆਪਣੇ ਕੰਨਾਂ ਦੇ ਨਾਲ ਸੁਨੇ ਤੇ ਸੁਣ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਦੇ ਉੱਤੇ ਪੂਰਨ ਨਿਸ਼ਚਾ, ਪੂਰਨ ਵਿਸ਼ਵਾਸ ਹਿਰਦੇ ਅੰਦਰ ਧਾਰਨ ਕੀਤਾ ਹੈ। ਸਤਨਾਮ ਕੋ ਸਿਮਰਨ ਠਾਨੇ, ਪਰ ਉਪਕਾਰ ਕਰਨ ਹਿਤ ਚੀਨ। ਸਤਨਾਮ ਦਾ ਸਿਮਰਨ ਕਰਨ ਦਾ ਤੇ ਪਰਉਪਕਾਰ ਕਰਨ ਦੇ ਮਨ ਅੰਦਰ ਠਾਣ ਲਈ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਬਚਨ ਕਹੇ ਨੇ ਇਹ ਅਸੀਂ ਆਪਣੇ ਜੀਵਨ ਅੰਦਰ ਧਾਰਨ ਕਰਾਂਗੇ, ਪਰਉਪਕਾਰ ਦੀ ਬਿਰਤੀ ਰੱਖਣੀ ਤੇ ਸਿਮਰਨ ਕਰਨ ਦਾ ਕਰਮ ਕਰਾਂਗੇ। ਪੁਨ ਲੱਦਾ ਦਿਨ ਕੇਤਕ ਰਹਿ ਕਰ, ਜਾਚੀ ਵਿਦਾ ਹੋਏ ਕਰ ਦੀਨ। ਤੇ ਕੁਝ ਦਿਨ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਭਾਈ ਲੱਦਾ ਜੀ ਰਹੇ ਤੇ ਕੁਝ ਦਿਨ ਰਹਿ ਕਰਕੇ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਲਾਹੌਰ ਆਪਣੇ ਨਗਰ ਵਾਪਸ ਜਾਣ ਦੀ ਆਗਿਆ ਮੰਗੀ ਹੈ। ਦਾਸਨ ਦਾਸ ਦਇਆ ਨਿਧ ਜਾਨੋ, ਔਗੁਣ ਕੇ ਸਮੇਤ ਗੁਣਹੀਨ। ਦਇਆ ਨਿਧ, ਹੇ ਦਇਆ ਦੇ ਘਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਮੈਨੂੰ ਆਪਣੇ ਸੇਵਕਾਂ ਦਾ ਸੇਵਕ ਜਾਣੋ। ਮੈਂ ਗੁਨਾਹ ਤੋਂ ਹੀਨ, ਔਗਣਾ ਦੇ ਸਮਾਨ, ਔਗਣਾ ਨਾਲ ਭਰਿਆ ਹੋਇਆ ਹਾਂ। ਸਿੱਖ ਤੁਮਾਰੋ ਕਹੇ ਜਗਤ ਮੁਝ, ਲਾਜ ਬਿਰਦ ਕੀ ਰਾਖਨ ਹਾਰ। ਦੇਖੋ ਕਿੰਨੀ ਨਿਮਰਤਾ ਹੈ, ਕਿੰਨਾ ਵੱਡਾ ਪਰਉਪਕਾਰ ਕਰਕੇ ਵੀ ਜਨਾ ਨਹੀਂ ਰਹੇ। ਕਹਿਣ ਲੱਗੇ ਪਾਤਸ਼ਾਹ ਮੈਨੂੰ ਸੇਵਕਾਂ ਦਾ ਸੇਵਕ ਜਾਣੋ, ਮੇਰੇ ਵਿੱਚ ਗੁਣ ਕੋਈ ਨਹੀਂ, ਮੈਂ ਤੇ ਔਗਣਾ ਦਾ ਭਰਿਆ ਹੋਇਆ। ਤੇ ਪਾਤਸ਼ਾਹ ਮੈਨੂੰ ਸਾਰੇ ਤੁਹਾਡਾ ਸਿੱਖ ਕਹਿੰਦੇ ਨੇ ਕਿ ਭਾਈ ਲੱਦਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਿੱਖ ਹੈ, ਮੈਨੂੰ ਸਾਰੇ ਆਪ ਜੀ ਦਾ ਸਿੱਖ ਕਹਿੰਦੇ ਨੇ। ਤੇ ਇਹ ਜਿਹੜੀ ਹੈ ਤੁਸੀਂ ਧਰਮ ਦੀ ਆਪ ਲਾਜ ਰੱਖਣੀ, ਸਤਿਗੁਰੂ ਪਾਤਸ਼ਾਹ ਜੀ ਬਿਰਧ ਬਾਣੇ ਦੀ ਆਪ ਲਾਜ ਰੱਖਣੀ। ਸੁਨ ਪਰਸੰਨ ਸ਼੍ਰੀ ਅਰਜਨ ਹੋਏ, ਕੀਨਸ ਵਿਦਾ ਸੁਮ੍ਰਿਦੁਲ ਉਚਾਰ। ਐਸੀਆਂ ਪ੍ਰੇਮ ਭਰੀਆਂ ਬੇਨਤੀਆਂ ਭਾਈ ਲੱਦਾ ਜੀ ਦੀਆਂ ਸੁਣ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ ਤੇ ਬਹੁਤ ਮਿੱਠੇ ਬਚਨ ਕਹਿ ਕੇ ਭਾਈ ਲੱਦਾ ਜੀ ਨੂੰ ਵਿਦਾ ਕੀਤਾ ਹੈ। ਪਦ ਅਰਬਿੰਦ ਬੰਦਨਾ ਠਾਨੀ, ਕੀਨ ਪ੍ਰਦਛਨ ਫਿਰ ਚੌਬਾਰ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਬੰਦਨਾ ਕੀਤੀ, ਭਾਈ ਲੱਦਾ ਜੀ ਨੇ ਨਮਸਕਾਰ ਕੀਤੀ। ਫਿਰ ਸਤਿਗੁਰੂ ਪਾਤਸ਼ਾਹ ਜੀ ਦੀਆਂ ਫਿਰ ਕੇ 4 ਪ੍ਰਕਰਮਾਂ ਕੀਤੀਆਂ ਹਨ। ਪੁਨ ਹਰ ਮੰਦਰ ਅੰਦਰ ਗਮਨਿਓ, ਤੈ ਬੰਦਨ ਕੀਨ ਸਹਿਤ ਧਾਰ। ਫਿਰ ਸ੍ਰੀ ਹਰਮੰਦਰ ਸਾਹਿਬ ਪਾਵਨ ਅਸਥਾਨ ਦੇ ਅੰਦਰ ਪਹੁੰਚੇ ਨੇ ਭਾਈ ਲੱਦਾ ਜੀ। ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਤੇ ਨਮਸਕਾਰ ਕੀਤੀ ਹੈ, ਹਿੱਤ ਧਾਰਨ ਕਰਕੇ ਪ੍ਰੇਮ ਹਿਰਦੇ ਅੰਦਰ ਧਾਰਦਿਆਂ ਹੋਇਆ। ਲਾਪੁਰ ਕੋ ਗਮਨਿਓ ਔਰ ਹਰਖਤ, ਗੁਰ ਜਸ ਤੀਰਗ ਕਰਤ ਬਖਾਨ। ਤੇ ਹੁਣ ਲਾਹੌਰ ਜਾ ਪਹੁੰਚੇ ਨੇ ਭਾਈ ਲੱਦਾ ਜੀ। ਤੇ ਜਦੋਂ ਜਾ ਰਹੇ ਨੇ ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਕਰਦੇ ਹੋਏ ਜਾ ਰਹੇ ਹਨ। ਸਗਰੇ ਨਗਰ ਉਚਾਰਤ ਜਿਤ ਕਿਤ, ਨਿਜ ਸਿੱਖਨ ਪਰ ਕਰੁਣਾ ਠਾਨ। ਤੇ ਜਦੋਂ ਲਾਹੌਰ ਆਪਣੇ ਨਗਰ ਆਪਣੇ ਘਰ ਪਹੁੰਚੇ ਤੇ ਹੁਣ ਘਰ ਪਹੁੰਚ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਸਤਤ ਕਰਨ ਲੱਗੇ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਸਿੱਖਾਂ ਤੇ ਦਇਆ ਕਰ ਰਹੇ ਨੇ, ਕਰੁਣਾ ਕਰ ਰਹੇ ਨੇ, ਕਿਰਪਾ ਕਰਕੇ ਤਾਰ ਰਹੇ ਹਨ। ਇਤ ਸ਼੍ਰੀ ਅਰਜਨ ਰਚਿਤ ਗ੍ਰੰਥ ਨਿਤ, ਲਿਖਤ ਜਾਤ ਗੁਰਦਾਸ ਸੁਜਾਨ। ਤੇ ਨਾਲੇ ਇਹ ਵੀ ਦੱਸਿਆ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਧੰਨ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦਾ ਪਾਵਨ ਗ੍ਰੰਥ ਤਿਆਰ ਕਰਵਾ ਰਹੇ ਨੇ ਤੇ ਗਿਆਨਵਾਨ ਭਾਈ ਗੁਰਦਾਸ ਜੀ ਉਹ ਬਾਣੀ ਲਿਖਣ ਦੀ ਸੇਵਾ ਜਿਹੜੀ ਕਰ ਰਹੇ ਹਨ, ਉਹ ਲਿਖ ਰਹੇ ਹਨ। ਰਾਗ ਬਸੰਤ ਬਨਾਏ ਸ਼ਬਦ ਸਭ, ਲਗੇ ਵਾਰ ਕਰ ਬੇ ਸੁਖ ਦਾਨ। ਤੇ ਹੁਣ ਇਧਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰਬਾਣੀ ਲਿਖਵਾ ਰਹੇ ਨੇ ਭਾਈ ਗੁਰਦਾਸ ਜੀ ਦੇ ਕੋਲੋਂ
ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਸੰਤ ਰਾਗ ਦੇ ਵਿੱਚ ਵਾਰ ਜਿਹੜੀ ਹੈ ਉਹ ਤਿਆਰ ਕੀਤੀ ਹੈ, ਵਾਰ ਰਚਨ ਲੱਗੇ ਹਨ। ਪੌੜੀ ਤੀਨ ਉਚਾਰਨ ਕੀਨੀ, ਸੂਪਕਾਰ ਤਬ ਹੂੰ ਚਲ ਆਏ। ਸੁਖਾਂ ਦੇ ਦਾਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਸੰਤ ਕੀ ਵਾਰ ਜਦੋਂ ਸ਼ੁਰੂ ਕੀਤੀ ਤੇ ਵਾਰ ਦੀਆਂ 3 ਪੌੜੀਆਂ ਹੀ ਅਜੇ ਰਚੀਆਂ ਸਨ ਤੇ ਇਤਨੇ ਨੂੰ ਜਿਹੜਾ ਰਸੋਈਆ ਸੀ ਉਹ ਚੱਲ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਆਇਆ। ਪ੍ਰਭ ਜੀ ਭੋਜਨ ਅਬ ਤਿਆਰ ਹੈ, ਰਾਵਰ ਕੀ ਜਿਮ ਹੋਏ ਰਜਾਏ। ਕਹਿਣ ਲਗਾ, ਹੇ ਪ੍ਰਭੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਭੋਜਨ ਬਣ ਕੇ ਤਿਆਰ ਹੋ ਚੁੱਕਾ ਹੈ, ਜਿਵੇਂ ਆਪ ਜੀ ਦੀ ਰਜ਼ਾ ਹੋਵੇ ਉਸੇ ਤਰ੍ਹਾਂ ਮੈਂ ਭੋਜਨ ਜਿਹੜਾ ਪਰੋਸਣਾ ਕਰਾਂ। ਹਿਤ ਆਹਾਰ ਕੇ ਆਦਰ ਕਰਬੇ, ਸ਼੍ਰੀ ਗੁਰ ਹਟੇ ਨਾ ਬਹੁਰ ਬਣਾਏ। ਤੇ ਹੁਣ ਭੋਜਨ ਦਾ ਵੀ ਸਤਿਕਾਰ ਰੱਖਿਆ ਪਾਤਸ਼ਾਹ ਜੀ ਨੇ। ਅਸੀਂ ਵੀ ਕਈ ਵਾਰੀ ਭੋਜਨ ਛਕਦੇ ਹੁੰਨੇ ਆ, ਕੋਈ ਆ ਜਾਵੇ, ਫੋਨ ਹੀ ਆ ਜਾਵੇ ਤੇ ਭੋਜਨ ਹੀ ਵਿੱਚੇ ਛੱਡ ਕੇ ਦੌੜ ਲੈਨੇ ਆ। ਭੋਜਨ ਦਾ ਵੀ ਅਦਬ ਸਤਿਕਾਰ ਰੱਖਣਾ ਚਾਹੀਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਭੋਜਨ ਦਾ ਅਦਬ ਸਤਿਕਾਰ ਜਾਣਦਿਆਂ ਹੋਇਆਂ ਜਿਹੜੀ ਵਾਰ ਰਚ ਰਹੇ ਸਨ, ਜਿਹੜੀਆਂ 3 ਪੌੜੀਆਂ ਰਚੀਆਂ ਸਨ, ਉੱਥੇ ਹੀ ਰੁਕ ਗਏ। ਅੱਗੇ ਜਿਹੜੀ ਵਾਰ ਹੈ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਨਹੀਂ ਬਣਾਈ, ਤਿਆਰ ਕੀਤੀ। ਅਚਿਓ ਅਨਾਏ ਤ੍ਰਿਪਤ ਤਬ ਹੋਏ ਕਰ, ਨਿਜ ਸੰਗਤ ਮੈਂ ਏ ਬਿਦਤਾਏ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਆ ਕੇ ਭੋਜਨ ਛਕਿਆ। ਭੋਜਨ ਛਕ ਕੇ ਤ੍ਰਿਪਤ ਹੋਏ ਨੇ ਤੇ ਇਧਰ ਗੁਰੂ ਕੀਆਂ ਸੰਗਤਾਂ ਜਿਹੜੀਆਂ ਹਨ, ਸਤਿਗੁਰੂ ਪਾਤਸ਼ਾਹ ਜੀ ਸੰਗਤ ਮੈਂ ਇਹ ਬਿਦਤਾਏ, ਸਾਰੀ ਸੰਗਤ ਦੇ ਵਿੱਚ ਇਹ ਗੱਲ ਜਿਹੜੀ ਸੀ ਪਸਰ ਗਈ। ਤਿਤਨੀ ਰਹੀ ਨ ਬਹੁਰ ਬਣਾਈ, ਅਪਰ ਖਿਆਲ ਮੈਂ ਗੇ ਬਿਰਮਾਏ। ਫਿਰ ਸਤਿਗੁਰੂ ਪਾਤਸ਼ਾਹ ਜੀ ਜਦੋਂ ਭੋਜਨ ਛਕ ਕੇ ਆਏ ਤੇ ਸਿੱਖ ਸੰਗਤਾਂ ਦੇ ਨਾਲ ਹੋਰ ਖਿਆਲ ਵਿੱਚ ਲੱਗ ਗਏ, ਹੋਰ ਬਚਨ ਬਿਲਾਸ ਉੱਥੇ ਚੱਲ ਪਏ ਤੇ ਹੋਰ ਬਚਨ ਬਿਲਾਸ ਕਰਦੇ ਆ। ਸਤਿਗੁਰੂ ਪਾਤਸ਼ਾਹ ਜੀ ਦਾ ਖਿਆਲ ਦੂਜੇ ਪਾਸੇ ਹੋ ਗਿਆ ਤੇ ਇਸ ਪੌੜੀ ਦੀਆਂ ਵਾਰ ਦੀਆਂ 3 ਪੌੜੀਆਂ ਹੀ ਬਣਾਈਆਂ ਹਨ। ਸੱਤੇ ਅਰ ਬਲਵੰਡ ਕਥਾ ਕੋ, ਕੇਤਕ ਸਿੱਖ ਕਏ ਇਸ ਭਾਏ। ਤੇ ਸਤ ਤੇ ਬਲਵੰਡ ਦੀ ਜਿਹੜੀ ਕਥਾ ਹੈ, ਜਿਹੜਾ ਸਾਰਾ ਉਹ ਪ੍ਰਸੰਗ ਵਾਪਰਿਆ, ਸਾਰੇ ਸਿੱਖ ਮਿਲ ਕੇ ਆਪਸ ਦੇ ਵਿੱਚ ਮਿਲ ਕਰਕੇ ਉਸ ਬਾਬਤ ਵਿਚਾਰਦੇ ਹਨ। ਸ਼੍ਰੀ ਗੁਰ ਅਮਰ ਹਦੂਰ ਪਏ ਹੈ, ਤਿਨੋਂ ਨਿਕਾਸੇ ਪੁਨੋ ਮਿਲਾਏ। ਤੇ ਕਈ ਸਿੱਖ ਕਹਿਣ ਲੱਗੇ ਕਿ ਭਾਈ ਬਲਵੰਡ ਰਾਏ ਤੇ ਭਾਈ ਸਤਾ ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਹੋਏ ਨੇ, ਉਹਨਾਂ ਨੇ ਇਹਨਾਂ ਨੂੰ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ ਸੀ ਤੇ ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਨਾਲ ਮਿਲਾ ਲਿਆ। ਇਸ ਤਰ੍ਹਾਂ ਗੁਰਸਿੱਖ ਆਪਸ 'ਚ ਮਿਲ ਕੇ ਗੱਲਾਂ ਕਰਨ ਲੱਗੇ। ਸੋ ਮਿਥਿਆ ਇਮ ਲਖੀ ਜਾਤ ਹੈ, ਨੀਕੇ ਨਿਰਨੇ ਕੀਨ ਬਣਾਏ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਮਿਥਿਆ ਹੈ, ਇਹ ਗੱਲ ਵਿੱਚ ਸਚਾਈ ਨਹੀਂ। ਇਹਦੇ ਬਾਬਤ ਆਓ ਅੱਗੇ ਨਿਰਣਾ ਕਰਕੇ ਵੇਖ ਲੈਂਦੇ ਹਾਂ। ਰਚੀ ਵਾਰ ਗੁਰ ਕੀਰਤ ਕੀ ਤਿਨ, ਲਿਖੇ ਬੀਚ ਪੰਚੇ ਪਾਤਸ਼ਾਹੋ। ਕਹਿਣ ਲੱਗੇ ਜਿਹੜੀ ਵਾਰ ਭਾਈ ਬਲਵੰਡ ਰਾਏ ਤੇ ਭਾਈ ਸੱਤਾ ਜੀ ਨੇ ਲਿਖੀ ਹੈ, ਰਚੀ ਹੈ, ਉਹ ਵਾਰ ਦੇ ਵਿੱਚ 5 ਗੁਰੂ ਸਹਿਬਾਨ ਦੀ ਉਹਨਾਂ ਨੇ ਉਸਤਤ ਕੀਤੀ ਹੈ, ਸਿਫਤ ਕੀਤੀ ਹੈ। ਪ੍ਰਥਮ ਹੁਤੇ ਜੇ ਕਹਿਤ ਕੋ ਤੋ ਇਮ, ਜਾਂ ਤੇ ਸ਼੍ਰੀ ਅਰਜਨ ਕੇ ਪਾਹੇ। ਜੇਕਰ ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਹੋਏ ਹੁੰਦੇ, ਉਹਨਾਂ ਦੇ ਦਰਬਾਰ ਵਿੱਚ ਆਏ ਹੁੰਦੇ, ਤੇ ਫਿਰ ਇਹਨਾਂ ਨੇ ਪੰਚਮ ਪਾਤਸ਼ਾਹ ਤੱਕ ਕਿਵੇਂ ਵਾਰ ਜਿਹੜੀ ਰਚ ਦਿੱਤੀ, ਪੰਚਮ ਪਾਤਸ਼ਾਹ ਤੱਕ ਸਿਫਤ ਕਿਵੇਂ ਕਰ ਦਿੱਤੀ? ਕਿਉਂਕਿ ਪੰਚਮ ਪਾਤਸ਼ਾਹ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਆਏ, ਗੁਰੂ ਰਾਮਦਾਸ ਜੀ ਤੋਂ ਬਾਅਦ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਏ ਨੇ। ਇਸ ਕਰਕੇ ਇਹ ਪਹਿਲਾਂ ਨਹੀਂ ਹੋਏ, ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੇਂ ਹੀ ਹੋਏ ਹਨ। ਨਹੀਂ ਸੰਦੇਹ ਕੀਜੀਏ ਕੋਈ, ਸਿੱਖ ਵਿਚਾਰੋ ਨਿਜ ਮਨ ਮਾਹੇ। ਕਹਿਣ ਲੱਗੇ ਆਪਣੇ ਮਨ ਅੰਦਰ ਕੋਈ ਸ਼ੰਕਾ ਨਾ ਰੱਖੋ, ਗੁਰਸਿੱਖ ਮਿਲ ਕਰਕੇ ਆਪਸ ਦੇ ਵਿੱਚ ਇਹ ਗੱਲ ਨੂੰ ਵਿਚਾਰ ਲਵੋ। ਕਵੀ ਸੰਤੋਖ ਸਿੰਘ
ਸਿਮਰੋ ਸਤਿਗੁਰ ਕਥਾ ਸੁਨੋ ਚਿਤ ਉਚਟੋ ਤੇ ਨਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪ ਜੀ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਸਤਨਾਮ ਦਾ ਜਾਪ ਜਪੋ, ਇਹ ਸੰਸੇ ਵਿੱਚ ਨਾ ਪਵੋ। ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਸਤਨਾਮ ਦਾ ਸਿਮਰਨ ਕਰੋ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਅੱਗੇ ਕਥਾ ਸਰਵਣ ਕਰੋ, ਮਨ ਨੂੰ ਉਚਾਟ ਨਾ ਕਰੋ। ਦੋਹਰਾ ਨਿਤ ਪ੍ਰਤ ਸ਼੍ਰੀ ਅਰਜਨ ਗੁਰੂ ਬਾਣੀ ਰਚੇ ਨਵੀਨ। ਜਦੋਂ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਦਿ ਸ੍ਰੀ ਗ੍ਰੰਥ ਸਾਹਿਬ ਪਾਵਨ ਬੀੜ ਲਿਖਵਾ ਰਹੇ ਨੇ ਤੇ ਹਰ ਰੋਜ਼ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਵੀਂ ਨਵੀਂ ਬਾਣੀ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ, ਰਚਦੇ ਹਨ। ਪਰਮੇਸ਼ਰ ਕੋ ਸੋ ਜਸ ਬਹੁ ਕੈ ਸ਼ੁਭ ਸੰਤ ਪ੍ਰਵੀਨ। ਤੇ ਪਰਮੇਸ਼ਰ ਦਾ ਜਿਸ ਵਿੱਚ ਮਹਾਨ ਸੁਜਸ ਹੈ, ਜਿਹੜੇ ਪ੍ਰਵੀਨ ਸੁਗੜ ਸਿਆਣੇ ਸੰਤ ਜਨ ਹਨ, ਉਹਨਾਂ ਦੀ ਮਹਿਮਾ ਜੋ ਇਸ ਬਾਣੀ ਦੇ ਵਿੱਚ ਸਾਹਿਬ ਜੀ ਰਚਦੇ ਹਨ। ਸਿਮਰਨ ਕਰ ਸਤਨਾਮ ਕੋ ਨਰ ਤਨ ਬਾਦ ਨ ਖੋਏ। ਸਿਮਰਨ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਕੇ ਜਿਹੜੇ ਮਨੁੱਖ ਵਾਹਿਗੁਰੂ ਪਰਮੇਸ਼ਰ ਸਤਨਾਮ ਦਾ ਜਾਪ ਜਪਦੇ ਨੇ, ਉਹਨਾਂ ਦੇ ਸਰੀਰ ਦੇ ਸਾਰੇ ਰੋਗ ਜਿਹੜੇ ਨੇ ਉਹ ਖਤਮ ਹੋ ਜਾਂਦੇ ਹਨ। ਕਰੋ ਸਫਲ ਲਗ ਕੇ ਅਚਲ ਤੁਮ ਕੋ ਸਭ ਸੁਖ ਹੋਏ। ਤੇ ਉਹ ਅਚਲ ਵਾਹਿਗੁਰੂ ਪਰਮੇਸ਼ਰ ਜਿਹੜਾ ਸਦਾ ਸਥਿਰ ਰਹਿਣ ਵਾਲਾ ਹੈ, ਜਿਹੜਾ ਚਲਾਇਮਾਨ ਨਹੀਂ ਹੁੰਦਾ, ਐਸੇ ਉਸ ਵਾਹਿਗੁਰੂ ਪਰਮੇਸ਼ਰ ਦਾ ਮਹਾਨ ਸੁਜਸ ਕਰਨ ਦੇ ਨਾਲ, ਚਰਨਾਂ ਦੇ ਨਾਲ ਜੁੜ ਕਰਕੇ ਧਿਆਨ ਧਰ ਕੇ ਜਿਹੜਾ ਸਿਮਰਨ ਕਰਦੇ ਨੇ, ਉਹ ਜੀਵਨ ਨੂੰ ਸਫਲ ਕਰ ਲੈਂਦੇ ਨੇ ਤੇ ਜੀਵਨ ਅੰਦਰ ਆਤਮਿਕ ਸੁਖ ਦੀ ਪ੍ਰਾਪਤੀ ਕਰ ਲੈਂਦੇ ਹਨ। ਬਹੁਤ ਭਾਂਤ ਕੇ ਸੁਜਸ ਜੁਤ ਲਿਖਵਾਵੇਂ ਉਪਦੇਸ਼। ਤੇ ਇਸ ਬਹੁਤ ਭਾਂਤ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਹਰ ਰੋਜ਼ ਨਵੀਂ ਨਵੀਂ ਬਾਣੀ ਰਚਦੇ ਨੇ, ਹਰ ਰੋਜ਼ ਨਵੇਂ ਨਵੇਂ ਸ਼ਬਦ ਬਣਾਉਂਦੇ ਨੇ ਤੇ ਉਹਨਾਂ ਦੇ ਵਿੱਚ ਭਾਂਤ ਭਾਂਤ ਵੱਖ ਵੱਖ ਤਰੀਕਿਆਂ ਦੇ ਨਾਲ ਵਾਹਿਗੁਰੂ ਪਰਮੇਸ਼ਰ ਦਾ ਮਹਾਨ ਸ੍ਰੇਸ਼ਟ ਸੁਜਸ ਕਰਦੇ ਹਨ। ਆਪਣੇ ਮਨ ਪਰ ਕਿਤਕ ਕਹੇ ਸਿੱਖਨ ਹਰਨ ਕਲੇਸ਼। ਤੇ ਉਪਦੇਸ਼ ਦੇ ਕੇ ਬਾਣੀ ਲਿਖਵਾਉਂਦੇ ਨੇ ਤੇ ਸਿੱਖਾਂ ਦੇ ਦੁੱਖ ਦੂਰ ਕਰਨ ਦੇ ਲਈ, ਸਿੱਖਾਂ ਨੂੰ ਉਪਦੇਸ਼ ਦੇਣ ਦੇ ਲਈ, ਗੁਰਸਿੱਖਾਂ ਨੂੰ ਸਿੱਖਿਆ ਦੇਣ ਦੇ ਲਈ ਸਤਿਗੁਰੂ ਪਾਤਸ਼ਾਹ ਜੀ ਜਿਹੜੀ ਬਾਣੀ ਰਚਦੇ ਨੇ, ਸਿੱਖਾਂ ਦੇ ਕਲੇਸ਼ ਮਟਾਉਣ ਦੇ ਲਈ ਉਹ ਬਾਣੀ ਨੂੰ ਆਪਣੇ ਉੱਤੇ ਲਾਗੂ ਕਰਵਾਉਂਦੇ ਨੇ। ਉਹ ਬਾਣੀ ਨੂੰ ਆਪਣੇ ਮਨ ਉੱਤੇ ਲਗਾ ਕਰਕੇ ਗੁਰਬਾਣੀ ਦੁਆਰਾ ਸਿੱਖਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਕਲੇਸ਼ ਦੂਰ ਕਰਦੇ ਹਨ, ਦੁੱਖ ਦੂਰ ਕਰਦੇ ਹਨ। ਲੱਖੋਂ ਨਰ ਪਠ ਸੁਨਨ ਕਰ ਗੁਰਮਤ ਕੋ ਔਰ ਧਾਰ। ਤੇ ਲੱਖਾਂ ਹੀ ਮਨੁੱਖ ਜਿਹੜੇ ਇਸ ਬਾਣੀ ਨੂੰ ਸੁਣਦੇ ਨੇ ਤੇ ਬਾਣੀ ਨੂੰ ਸੁਣ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਦੇ ਹਨ। ਛੋੜ ਸਕਲ ਜੰਜਾਲ ਕੋ ਹੋਏ ਭਵ ਜਲ ਪਾਰ। ਤੇ ਜਿਹੜਾ ਵੀ ਇਸ ਬਾਣੀ ਨੂੰ ਪੜ੍ਹੇਗਾ, ਜਿਹੜਾ ਵੀ ਮਨ ਚਿੱਤ ਲਾ ਕੇ ਇਸ ਬਾਣੀ ਨੂੰ ਸੁਣੇਗਾ, ਉਹਦੇ ਸਾਰੇ ਜੰਜਾਲ ਜਿਹੜੇ ਨੇ ਉਹ ਖਤਮ ਹੋ ਜਾਣਗੇ ਤੇ ਸੰਸਾਰ ਸਾਗਰ ਤੋਂ, ਇਹ ਭਵਜਲ ਤੋਂ ਉਹ ਪਾਰ ਹੋ ਜਾਵੇਗਾ। ਜੋ ਪਈ ਸ਼੍ਰੀ ਅਰਜਨ ਸਮ ਪਰ ਉਪਕਾਰੀ। ਕਿਉਂਕਿ ਗੁਰੂ ਖਾਲਸਾ ਜੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਜਿਤਨੀ ਵੀ ਬਾਣੀ ਹੈ, ਗੁਰਬਾਣੀ ਦਾ ਕੋਈ ਵੀ ਸ਼ਬਦ ਲੈ ਲਈਏ ਉਹ ਕਲਿਆਣਕਾਰੀ ਹੈ। ਕੋਈ ਵੀ ਸ਼ਬਦ ਲੈ ਲਈਏ ਉਹ ਨਾਮ ਸਵਰੂਪ ਹੈ। ਜਿਵੇਂ ਅਸੀਂ ਵਿਦੇਸ਼ ਵਿੱਚ ਜਾਣਾ ਹੋਵੇ ਤੇ ਵਿਦੇਸ਼ ਵਿੱਚ ਜਾਣ ਦੇ ਲਈ ਅਸੀਂ ਜਹਾਜ਼ ਤੇ ਸਵਾਰ ਹੁੰਨੇ ਆ ਤੇ 7 ਸਮੁੰਦਰ ਪਾਰ ਕਰਕੇ ਜਿਸ ਕੰਟਰੀ ਵਿੱਚ ਜਾਣਾ ਚਾਹੁੰਦੇ ਆ, ਜਿਸ ਦੇਸ਼ ਵਿੱਚ ਜਾਣਾ ਚਾਹੁੰਦੇ ਆ, ਪਹੁੰਚ ਜਾਂਦੇ ਆ। ਤੇ ਜੇਕਰ ਕੋਈ ਮਨੁੱਖ ਇਸ ਗੁਰਬਾਣੀ ਰੂਪੀ ਸ਼ਬਦ ਨੂੰ ਜੀਵਨ ਅੰਦਰ ਧਾਰਨ ਕਰਕੇ
ਇਸ ਨਾਮ ਰੂਪੀ ਜਹਾਜ਼ ਤੇ ਸਵਾਰ ਹੋਵੇ ਤੇ ਇਸ ਲੋਕ ਨੂੰ ਛੱਡ ਕਰਕੇ ਪਰਲੋਕ ਦੇ ਵਿੱਚ ਜਾ ਕੇ ਸੱਚਖੰਡ ਦਾ ਵਾਸੀ ਬਣਨਾ ਚਾਹੁੰਦਾ ਹੋਵੇ ਤੇ ਉਹ ਸ਼ਬਦ ਰੂਪੀ ਇਸ ਨਾਮ ਰੂਪੀ ਜਹਾਜ਼ ਤੇ ਸਵਾਰ ਹੋ ਕੇ ਸੱਚਖੰਡ ਦੇਸ਼ ਵਿੱਚ ਪਹੁੰਚ ਜਾਂਦਾ ਹੈ। ਕਿਉਂਕਿ ਜੇਕਰ ਅਸੀਂ ਜਹਾਜ਼ ਤੇ ਸਵਾਰ ਹੀ ਨਹੀਂ ਹੋਵਾਂਗੇ ਤਾਂ ਅਸੀਂ 7 ਸਮੁੰਦਰ ਪਾਰ ਕਰਕੇ ਕਿਸੇ ਦੇਸ਼ ਵਿੱਚ ਨਹੀਂ ਪਹੁੰਚ ਸਕਦੇ। ਪਹਿਲਾਂ ਸਵਾਰ ਹੋਣਾ ਪਵੇਗਾ ਤੇ ਜਦੋਂ ਸਵਾਰ ਹੋ ਜਾਵਾਂਗੇ ਤੇ ਫਿਰ ਜਿਸ ਮੰਜ਼ਲ ਤੇ ਪਹੁੰਚਣਾ ਚਾਹੁੰਦੇ ਹਾਂ ਉੱਥੇ ਪਹੁੰਚ ਜਾਵਾਂਗੇ। ਬਾਣੀ ਅੱਜ ਪੜ੍ਹਦੇ ਹਾਂ, ਆਪਾਂ ਸਾਰੀ ਪੜ੍ਹਦੇ ਹਾਂ, ਪਰ ਜੀਵਨ ਅੰਦਰ ਅਮਲ ਨਹੀਂ, ਉਹ ਬਾਣੀ ਨੂੰ ਕਮਾਉਂਦੇ ਨਹੀਂ। ਇਸ ਕਰਕੇ ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਵੀ ਇਸ ਬਾਣੀ ਨੂੰ ਪੜ੍ਹੇਗਾ ਉਸ ਭਵਜਲ ਤੋਂ ਪਾਰ ਹੋ ਜਾਵੇਗਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮਾਨ ਸੰਸਾਰ ਦੇ ਵਿੱਚ ਹੋਰ ਐਸਾ ਕੋਈ ਪਰਉਪਕਾਰੀ ਨਹੀਂ ਹੈ। ਹੋਇਓ ਨਾ ਹੈ ਹੋਏ ਨਾ ਹਿਤ ਧਾਰੀ, ਤੇ ਨਾ ਕੋਈ ਸੰਸਾਰ ਵਿੱਚ ਪਹਿਲਾਂ ਹੋਇਆ ਤੇ ਨਾ ਕੋਈ ਹੋਰ ਸੰਸਾਰ ਵਿੱਚ ਬਾਅਦ ਵਿੱਚ ਹੋਵੇਗਾ। ਐਸੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਨ੍ਹਾਂ ਨੇ ਵੱਡਾ ਇਹ ਪਰਉਪਕਾਰ ਦਾ ਕਾਰਜ ਕੀਤਾ ਹੈ। ਦੋਨੋਂ ਵੱਡੇ ਜਹਾਜ਼ ਬਣਾਏ, ਸਤਿਗੁਰੂ ਪਾਤਸ਼ਾਹ ਜੀ ਨੇ 2 ਵੱਡੇ ਜਹਾਜ਼ ਬਣਾ ਦਿੱਤੇ ਜਿਨ੍ਹਾਂ ਤੇ ਸਵਾਰ ਹੋ ਕੇ ਜੀਵ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹੈ। ਉਹ ਵੱਡੇ 2 ਜਹਾਜ਼ ਕਿਹੜੇ ਨੇ? ਸਿੱਖ ਕੌਮ ਦੇ ਲਈ 2 ਵੱਡੇ ਕਾਰਜ ਕੀਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਕਾਰਨ ਅੱਜ ਤੱਕ ਇਹੀ ਸੁਣਦੇ ਆਏ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲਿਆ ਜੀ ਤਾਂ ਕਰਕੇ ਨਹੀਂ। ਜਿਹੜੇ ਕੱਟੜਪੰਥੀ ਸਨ, ਅਹਿਮਦ ਸ਼ਾਹ ਸਰਹੰਦੀ ਵਰਗੇ, ਜਦੋਂ ਉਹਨਾਂ ਨੇ ਵੇਖਿਆ ਕਿ ਸਿੱਖਾਂ ਦਾ ਆਪਣਾ ਕੇਂਦਰੀ ਸਥਾਨ ਬਣ ਗਿਆ ਸ਼੍ਰੀ ਹਰਮੰਦਰ ਸਾਹਿਬ, ਸਿੱਖਾਂ ਦਾ ਆਪਣਾ ਧਰਮ ਗ੍ਰੰਥ ਤਿਆਰ ਹੋ ਗਿਆ, ਉਹਨਾਂ ਨੂੰ ਇਹ ਸਾਰਾ ਕੁਝ ਚੰਗਾ ਨਹੀਂ ਲੱਗਿਆ। ਇਹ ਦੋਵੇਂ ਚੀਜ਼ਾਂ ਮੇਨ ਮੁੱਖ ਕਾਰਨ ਸਨ ਜਿਸ ਪਿੱਛੇ ਇਹਨਾਂ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲਾਹੌਰ ਬੁਲਾ ਕਰਕੇ ਸ਼ਹੀਦ ਕਰ ਦਿੱਤਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੱਡਾ ਪਰਉਪਕਾਰ ਦਾ ਕਾਰਜ ਕੀਤਾ। 2 ਜਹਾਜ਼ ਬਣਾਏ, ਇੱਕ ਜਿਹੜਾ ਹੈ ਸ਼੍ਰੀ ਅੰਮ੍ਰਿਤ ਸਰੋਵਰ ਦੇ ਵਿੱਚ ਸ਼੍ਰੀ ਹਰਮੰਦਰ ਸਾਹਿਬ ਪਾਵਨ ਅਸਥਾਨ ਤਿਆਰ ਕਰਵਾਇਆ ਤੇ ਦੂਸਰਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਗ੍ਰੰਥ ਤਿਆਰ ਕਰਕੇ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕੀਤਾ। ਇਹ 2 ਵੱਡੇ ਕਾਰਜ, 2 ਵੱਡੇ ਜਹਾਜ਼ ਬਣਾਏ। ਕਿਉਂਕਿ ਕਿਸੇ ਵੀ ਕੌਮ ਦੀ ਸਦੀਵੀ ਹੋਂਦ ਲਈ, ਜੇ ਕੌਮ ਆਪਣੀ ਸਦੀਵੀ ਹੋਂਦ ਕਾਇਮ ਰੱਖਣਾ ਚਾਹੁੰਦੀ ਹੈ ਤੇ ਉਹਦੇ ਕੋਲ 2 ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ। ਇੱਕ ਉਹਦਾ ਆਪਣਾ ਧਰਮ ਗ੍ਰੰਥ ਹੋਣਾ ਜ਼ਰੂਰੀ ਹੈ ਤੇ ਇੱਕ ਉਹਨਾਂ ਦਾ ਆਪਣਾ ਕੇਂਦਰੀ ਸਥਾਨ ਹੋਣਾ ਜ਼ਰੂਰੀ ਹੈ। ਤੇ ਸਿੱਖਾਂ ਦਾ, ਕਿਉਂਕਿ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਜੁੜੇ ਨੇ, ਮੈਡੀਟੇਸ਼ਨ ਵਿੱਚ ਪਰਮੇਸ਼ਰ ਨਾਲ ਇਕਮਿਕ ਹੋਏ ਨੇ ਤੇ ਵਿਚਾਰਿਆ ਕਿ ਕੌਮ ਹੁਣ ਤਿਆਰ ਹੋ ਰਹੀ ਹੈ ਤੇ ਕੌਮ ਦੇ ਲਈ ਕੇਂਦਰੀ ਸਥਾਨ ਚਾਹੀਦਾ ਹੈ, ਕੌਮ ਦੇ ਲਈ ਆਪਣਾ ਧਰਮ ਗ੍ਰੰਥ ਚਾਹੀਦਾ ਹੈ। ਤੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ 2 ਵੱਡੇ ਮਹਾਨ ਕਾਰਜ ਕੀਤੇ। ਇਹ 2 ਵੱਡੇ ਜਹਾਜ਼ ਬਣਾਏ ਜਿਨ੍ਹਾਂ ਦੇ ਉੱਤੇ ਸਵਾਰ ਹੋ ਕੇ ਜੀਵ ਸੰਸਾਰ ਸਾਗਰ ਨੂੰ ਸਹਿਜੇ ਹੀ ਤਰ ਲੈਂਦਾ ਹੈ। ਸੋ ਤਾਈ ਤੇ ਕਹਿ ਦਿੱਤਾ ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬਧੋ ਪੁਰਖ ਵਿਧਾਤ ਤਾਂ ਤੂੰ ਸੁਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾ ਕਸਮ ਹਰਹਾ ਨਾਨਕ ਕਸਮ ਲਜਾਹੇ ਨਾਇਆ ਰਾਮਦਾਸ ਸਰ। ਇਸ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਦਿਆਂ, ਹਰਮੰਦਰ ਸਾਹਿਬ ਦੇ ਦੀਦਾਰ ਕੀਤਿਆਂ ਤਾਈ ਤਾਂ ਗੁਰੂ ਕਾ ਸਿੱਖ ਹਰ ਰੋਜ਼ ਅਰਦਾਸ ਕਰਦਾ ਹੈ, ਇੱਕ ਅਰਦਾਸ ਪਾਠ ਕੀਰਤ ਕੇ ਗੁਰ ਰਾਮਦਾਸ ਰਾਖੋ ਸ਼ਰਨਾਈ। ਹਰ ਸਿੱਖ ਦੀ ਹਰ ਰੋਜ਼ ਦੀ ਅਰਦਾਸ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਵੱਡੇ ਜਹਾਜ਼ ਬਣਾਏ ਸੰਸਾਰ ਸਾਗਰ ਦੇ ਤਰਨ ਲਈ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਣ ਦੀ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨੂੰ ਵਾਚਦਿਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਨਾ ਚਿਤਾਰਨੀਆਂ। ਅਸੀਸ ਬਖਸ਼ਣੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ।